वाहिगुरु जी का खालसा वाहिगुरु जी की फतेह। एक ओंकार सतनाम करता पुरख निर्भय निर्वैर अकाल मूरत मूरत अजुनी सैभं गुर प्रसाद गुर प्रसाद गुर प्रसाद। तीन बेदियन की कुल बिखें प्रगटे नानक राय। सब सिखन को सुख दए जह तह पए सहाय। सब सिखन को सुख दे जह तह पए सहाय। जह तह पए सहाय। जगत गुरु गुरु नानक देव गुरु नानक देव गुरु नानक देव। जगत गुरु गुरु नानक देव गुरु नानक देव गुरु नानक देव। जगत गुरु गुरु नानक देव गुरु नानक देव गुरु नानक देव। जगत गुरु गुरु नानक देव गुरु नानक देव गुरु नानक देव। जगत गुरु गुरु नानक देव गुरु नानक देव गुरु नानक देव। निचल नीओ धराइयोन साध संगत सचखंड समेत
ਪੰਥ ਚਲਾਇਓ ਨ ਸੁਖ ਸਾਗਰ ਬੇਅੰਤ ਅਮੇਓ ਸੁਖ ਸਾਗਰ ਬੇਅੰਤ ਅਮੇਓ ਸੁਖ ਸਾਗਰ ਬੇਅੰਤ ਅਮੇਓ ਜਗਤ ਗੁਰੂ ਗੁਰੂ ਨਾਨਕ ਦੇਓ ਗੁਰੂ ਨਾਨਕ ਦੇਓ ਗੁਰੂ ਨਾਨਕ ਦੇਓ ਜਗਤ ਗੁਰੂ ਗੁਰੂ ਨਾਨਕ ਦੇਓ ਗੁਰੂ ਨਾਨਕ ਦੇਓ ਗੁਰੂ ਨਾਨਕ ਦੇਓ ਜਗਤ ਗੁਰੂ ਗੁਰੂ ਨਾਨਕ ਦੇਓ ਗੁਰੂ ਨਾਨਕ ਦੇਓ ਗੁਰੂ ਨਾਨਕ ਦੇਓ ਜਪੋ ਜਗਤ ਗੁਰੂ ਨਾਨਕ ਦੇਓ ਗੁਰੂ ਨਾਨਕ ਦੇਓ ਸੱਚ ਸ਼ਬਦ ਆਰਾਧੀਐ ਅਗੰਮ ਅਗੋਚਰ ਅਲਖ ਅਭੇਓ ਸੱਚ ਸ਼ਬਦ ਆਰਾਧੀਐ ਅਗਮ ਅਗੋਚਰ ਅਲਖ ਅਭੇਓ ਸੱਚ ਸ਼ਬਦ ਸੱਚ ਸ਼ਬਦ ਆਰਾਧੀਐ ਸ਼ਬਦ ਆਰਾਧੀਐ ਸੱਚ ਸ਼ਬਦ ਵਾਹਿਗੁਰੂ 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 ਸਾਰੇ ਜਪ ਵਾਹਿਗੁਰੂ 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 ਜਗਤ ਗੁਰੂ ਗੁਰੂ ਨਾਨਕ
गुरु नानक देओ, गुरु नानक देओ, जगत गुरु गुरु नानक देओ, गुरु नानक देओ, गुरु नानक देओ, जगत गुरु गुरु नानक देओ, गुरु नानक देओ, गुरु नानक देओ, जगत गुरु गुरु नानक देओ, गुरु नानक देओ, गुरु नानक देओ, जपो जगत गुरु नानक देओ, ਚਹੁਮਰ ਨਾ ਉਪਦੇਸ਼ ਦਾ ਛੇ ਦਰਸ਼ਨ ਸਭ ਸੇਵਕ ਸੇਓ। ਮਿੱਠਾ ਬੋਲਣ ਨਿਵ ਚੱਲਣ ਗੁਰਮੁਖ ਪਾਉ ਭਗਤ ਅਰਥੇਓ। आद पुरख आदेश है, अविनाशी अत अछल अच्छेओ। आद पुरख आदेश है, अविनाशी अत अछल अविनाशी अत अछल अविनाशी अत अछल अछल अविनाशी अत अछल ਵਾਹਿਗੁਰੂ 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 ਵਾਹਿਗੁਰੂ।
ਸਾਰੇ ਜਪੋ ਵਾਹਿਗੁਰੂ 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 ਗੁਰੂ ਨਾਨਕ ਦੇਵ ਸਾਹਿਬ ਜੀ ਧੰਨ 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 ਗੁਰੂ ਨਾਨਕ ਦੇਵ ਸਾਹਿਬ ਜੀ ਵਾਹਿਗੁਰੂ 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 ਆਦਿ ਪੁਰਖ ਆਦੇਸ ਹੈ ਆਦਿ ਪੁਰਖ आदेश है अविनाशी अत अछल अच्छेओ आदि पुरख आदेश है आदेश है आदेश है नमस्कार गुरुदेव को सच नाम सतनाम जिस मंत्र सुनाया नमस्कार गुरुदेव को सतनाम जिस मंत्र सुनाया आदि पुरख आदेश है नमस्कार गुरुदेव को धन गुरु नानक देव साहब जी ਧੰਨ ਗੁਰੂ ਨਾਨਕ ਦੇਵ ਸਾਹਿਬ ਜੀ धन गुरु नानक देव साहब जी ਧੰਨ ਗੁਰੂ ਨਾਨਕ ਦੇਵ ਸਾਹਿਬ ਜੀ धन गुरु नानक देव साहब जी ਧੰਨ ਗੁਰੂ ਨਾਨਕ ਦੇਵ ਸਾਹਿਬ ਜੀ वाहिगुरु 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 हे गुरु जगत गुरु गुरु नानक देव गुरु नानक देव गुरु नानक देव जगत गुरु गुरु नानक देव गुरु नानक देव गुरु नानक देव जगत गुरु गुरु नानक देव गुरु नानक देव गुरु नानक देव जपो जगत गुरु गुरु नानक देव 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 ਧੰਨ ਗੁਰੂ ਨਾਨਕ ਸਾਹਿਬ ਦਾ ਜਦੋਂ ਇਸ ਸੰਸਾਰ ਤੇ ਆਉਣਾ ਹੋਇਆ
ਪ੍ਰਗਟ ਹੋਏ ਦੋ ਸ਼ਬਦ ਉਹਨਾਂ ਦੀ ਰਸਨਾ ਤੋਂ ਨਿਕਲੇ। ਸਾਡਾ ਇਤਿਹਾਸ ਇਹਨਾਂ ਦੋ ਸ਼ਬਦਾਂ ਦੇ ਵਿੱਚ ਆ ਗਿਆ। ਪਹਿਲਾ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਮੁਖਾਰਬਿੰਦ ਚੋਂ ਨਿਕਲਿਆ, ਹਉ ਤੇਰਾ ਤੇਰਾ ਨਾਮ। ਮੈਂ ਤੇਰਾ ਹਾਂ ਤੇ ਤੇਰਾ ਨਾਮ ਜਪਣ ਆਇਆ ਹਾਂ। ਆਖੋ ਵਾਹਿਗੁਰੂ। ਦੂਸਰਾ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਦੇ ਮੁਖਾਰਬਿੰਦ ਚੋਂ ਕੁਝ ਸਮੇਂ ਤੋਂ ਬਾਅਦ ਨਿਕਲਿਆ, ਤੂੰ ਨਿਰੰਕਾਰ ਕਰਤਾਰ ਨਾਨਕ ਬੰਦਾ ਤੇਰਾ। ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਇਹਨਾਂ ਦੋ ਸ਼ਬਦਾਂ 'ਚ ਹੈ। ਮੈਂ ਤੇਰਾ ਬੰਦਾ ਹਾਂ ਤੇ ਤੂੰ ਮੇਰਾ ਮਾਲਕ ਹੈ। ਇੱਕ ਮੁੱਲਾ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਸਵਾਲ ਕੀਤਾ, ਕੌਣ ਫਕੀਰ ਕਿਸ ਕਾ ਘਰ ਹਨ? ਤੇ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮੈਂ ਰੱਬ ਦਾ ਫਕੀਰ ਹਾਂ, ਮੇਰਾ ਕੋਈ ਆਪਣਾ ਘਰ ਨਹੀਂ ਹੈ, ਨਾ ਮੈਂ ਨਵੇਂ ਘਰ ਬਣਾਉਣ ਆਇਆ, ਮੇਰਾ ਆਪਣਾ ਕੋਈ ਘਰ ਨਹੀਂ। ਮੈਂ ਕੇਵਲ ਇੱਕ ਦੇ ਨਾਮ ਦਾ ਹੋਕਾ ਦੇਣ ਆਇਆ, ਸੰਸਾਰ ਨੂੰ ਪੈਗਾਮ ਦੇਣ ਆਇਆ। ਨਵਾਬ ਦੌਲਤ ਖਾਂ ਹੈਰਾਨ ਹੋ ਗਏ, ਬਾਬਾ ਤੂੰ ਤੇਰਾ ਤੇਰਾ ਦੀ ਗੱਲ ਕਰ ਰਿਹਾ, ਮੈਨੂੰ ਸਮਝ ਨਹੀਂ ਆ ਰਹੀ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਬੜੇ ਪਿਆਰੇ ਬਚਨ ਨਵਾਬ ਦੌਲਤ ਖਾਂ ਨੂੰ ਕਹੇ ਸੀ, ਜੀਵਨ ਯਾਤਰਾ ਕਰਦਿਆਂ ਜਿਹੜਾ ਮਨੁੱਖ ਤੇਰਾ ਤੇਰਾ ਕਰਦਾ ਜਾਏਗਾ ਨਾ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਦਰਗਾਹ ਦੇ ਵਿੱਚ ਉਸ ਦਾ ਮੁਖ ਲਾਲ ਹੋਏਗਾ। ਆਖੋ ਵਾਹਿਗੁਰੂ। ਤੇ ਜਿਹੜਾ ਸੰਸਾਰ ਵਿੱਚ ਰਹਿੰਦਿਆਂ ਮੇਰਾ ਮੇਰਾ ਕਰਨਾ ਸ਼ੁਰੂ ਕਰੇਗਾ, ਦਰਗਾਹ ਵਿੱਚ ਉਸ ਦਾ ਮੁਖ ਪੀਲਾ ਪੁੱਕ ਹੋਏਗਾ। ਪੀਲਾ ਪੁੱਕ। ਉਹ ਮੈਂ ਅਤੇ ਮੇਰੀ ਨੂੰ ਖਤਮ ਕਰਨ ਲਈ ਆਏ ਨੇ ਤੇ ਤੂੰ ਅਤੇ ਤੇਰੇ ਨਾਲ ਜੋੜਨ ਆਏ ਹਨ। ਸਾਰੀ ਵਿਚਾਰਧਾਰਾ ਇੱਥੇ ਹੈ। ਮੈਂ ਵਿੱਚ ਕਲੇਸ਼ ਹੈ, ਦੁੱਖ ਹੈ, ਤੇ ਤੂੰ ਅਤੇ ਤੇਰੇ ਵਿੱਚ ਸੁਖ ਜੇ। ਨਵਾਬ ਦੌਲਤ ਖਾਂ ਸਮਝ ਗਏ। ਸਾਰਿਆਂ ਨਾਲੋਂ ਪਹਿਲੇ ਦੀਦਾਰ ਇੱਕ ਮੁਸਲਮਾਨ ਔਰਤ ਦੌਲਤਾਂ ਦਾਈ ਨੇ ਕੀਤੇ। ਤੇ ਮਹਿਤਾ ਕਾਲੂ 2 ਸਾਲ ਦੌਲਤਾਂ ਦਾਈ ਦੇ ਅੱਗੇ ਰੱਖਣ ਲਈ ਜਦੋਂ ਉਸਨੇ ਵਧਾਈ ਦਿੱਤੀ, ਇੱਕ ਸੀ ਲੱਡੂਆਂ ਦਾ ਭਰਿਆ ਹੋਇਆ ਥਾਲ, ਦੂਸਰੇ ਥਾਲ ਵਿੱਚ ਮਹਿਤਾ ਕਾਲੂ ਜੀ ਨੇ ਸੋਨੇ ਦੀਆਂ ਮੋਹਰਾਂ ਰੱਖੀਆਂ ਨੇ। ਜਦੋਂ ਦੌਲਤਾਂ ਦਾਈ ਦੇ ਅੱਗੇ ਦੋਨੋਂ ਥਾਲ ਰੱਖੇ, ਕਹਿਣ ਲੱਗੀ ਮੈਂ ਰੱਜ ਚੁੱਕੀ ਹਾਂ, ਤ੍ਰਿਪਤ ਹੋ ਚੁੱਕੀ ਹਾਂ, ਮੈਨੂੰ ਲੋੜ ਨਹੀਂ ਇਹਨਾਂ ਦੀ। ਤੇ ਮਹਿਤਾ ਕਾਲੂ ਕਹਿੰਦੇ ਕਿਵੇਂ ਰੱਜ ਗਈ, ਕੀ ਤਾਂ ਕਿਹਾ ਤੂੰ? ਕਹਿਣ ਲੱਗੀ ਜਦੋਂ ਸਾਹਿਬਾਂ ਦਾ ਪ੍ਰਕਾਸ਼ ਹੋਇਆ ਨਾ, ਇੱਕ ਬਜ਼ੁਰਗ ਦੀ ਤਰ੍ਹਾਂ ਮੁਸਕਰਾਏ ਸਨ। ਜਵਾਨ ਜਦੋਂ ਹੱਸੇਗਾ ਨਾ, ਖਿੜਖਿੜਾ ਕੇ ਹੱਸਦਾ ਹੈ, ਉੱਚੀ ਉੱਚੀ ਰੌਲਾ ਪਾਏਗਾ। ਤੇ ਜਦੋਂ ਕੋਈ ਬਜ਼ੁਰਗ ਹੱਸਦਾ ਹੈ, ਉਹ ਕੇਵਲ ਮੁਸਕਰਾ ਦਿੰਦਾ ਜੇ। ਇਹ ਬਜ਼ੁਰਗਾਂ ਦੀ ਨਿਸ਼ਾਨੀ ਜੇ। ਉਸ ਦੀ ਮੁਸਕਰਾਹਟ ਦੇ ਵਿੱਚ ਬਹੁਤ ਕੁਝ ਹੁੰਦਾ ਹੈ, ਕਈਆਂ ਦੇ ਪਾਪ ਨਾਸ਼ ਕਰ ਦਿੰਦਾ ਜੇ। ਕਿਸੇ ਵਿਦਵਾਨ ਨੇ ਲਿਖਿਆ, ਦੀਰਘ ਨਰ ਜੋ ਗਰਾਸ ਮਿਲੇ ਹੈ। ਗਰਾਸ ਕਹਿੰਦੇ ਮੁਸਕਰਾਉਣਾ। ਵੱਡੀ ਉਮਰ ਵਾਲੇ ਕੇਵਲ ਮੁਸਕਰਾ ਛੱਡਦੇ ਨੇ। ਮਹਾਤਮਾ ਬੁੱਧ ਦੇ ਜੀਵਨ ਦੀ ਗਾਥਾ ਹੈ। ਇੱਕ ਪਾਪੀ ਮਹਾਤਮਾ ਬੁੱਧ ਦੀ ਨਿੰਦਿਆ ਕਰ ਰਿਹਾ, ਉਹਨਾਂ ਨੂੰ ਗਾਲਾਂ ਕੱਢੀ ਜਾ ਰਿਹਾ। ਤੇ ਮਹਾਤਮਾ ਬੁੱਧ ਨੇ ਉਸ ਪਾਪੀ ਮਨੁੱਖ ਵੱਲ ਕੇਵਲ ਮੁਸਕਰਾਇਆ, ਉਸਦੇ ਪਾਪ ਨਾਸ਼ ਹੋ ਗਏ ਸਨ। ਇੱਕ ਮੁਸਕਰਾਹਟ ਦੇ ਨਾਲ ਉਸਦੇ ਪਾਪ ਨਾਸ਼ ਹੋ ਗਏ। ਦੀਰਘ ਨਰ ਜੋ ਗਰਾਸ ਮਿਲੇ ਹੈ, ਉਹ ਕੇਵਲ ਮੁਸਕਰਾਉਂਦੇ ਨੇ, ਖਿੜਦੇ ਨਹੀਂ, ਹੱਸਦੇ ਨਹੀਂ, ਉੱਚੀ ਉੱਚੀ ਰੌਲਾ ਨਹੀਂ ਪਾਉਂਦੇ। ਤੇ ਦੌਲਤਾਂ ਕਈ ਮੈਂ ਰੱਜ ਚੁੱਕੀ ਹਾਂ। ਇੱਕ ਬਜ਼ੁਰਗ ਦੀ ਤਰ੍ਹਾਂ ਉਹਨਾਂ ਮੁਸਕਰਾਹਟ ਦਿੱਤੀ ਤੇ ਮੈਨੂੰ ਸਭ ਕੁਝ ਮਿਲ ਗਿਆ, ਤ੍ਰਿਪਤ ਹੋ ਗਏ। ਕੈਸਾ ਜੀਵਨ ਹੋਏਗਾ। ਇੱਕ ਮਹੀਨੇ ਦੇ ਹੋਏ ਹਨ ਤੇ ਬੜੀ ਡੂੰਘੀ ਤਰ੍ਹਾਂ ਦੇਖਦੇ ਹਨ ਸਾਰਿਆਂ ਵੱਲ। ਨਿਗਾਹ ਬੜੀ ਡੂੰਘੀ ਹੈ, ਨੀਜ ਲਾਲਾ ਤੱਕਦੇ ਨੇ।
3 ਮਹੀਨਿਆਂ ਦੇ ਹੋਏ ਹਨ ਧੰਨ ਗੁਰੂ ਨਾਨਕ ਸਾਹਿਬ। ਤੇ ਕਹਿੰਦੇ ਮੁਖੋਂ ਸ਼ਬਦ ਨਿਕਲਿਆ ਭਲਾ 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 3 ਵਾਰ ਬੋਲਿਆ ਉਹਨਾਂ। ਤੇ ਮੈਂ ਕਹਿਦੀਆਂ ਸਿੱਖੀ ਜੀਵਨ ਦਾ ਇਤਿਹਾਸ ਅਤੇ ਆਦਰਸ਼ 2 ਸ਼ਬਦਾਂ ਦੇ ਵਿੱਚ ਆ ਜਾਂਦਾ ਹੈ, ਇੱਕ ਤੇਰਾ ਤੇਰਾ, ਇੱਕ ਭਲਾ ਭਲਾ। ਗੁਰੂ ਨਾਨਕ ਦਾ ਰਾਹ ਹੀ ਇਹ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਸਰਬੱਤ ਦਾ ਭਲਾ ਕਰਨਾ, ਮੰਗਣਾ ਵੀ ਹੈ। ਤੇ 3 ਮਹੀਨੇ ਦੀ ਉਮਰ ਵਿੱਚ ਨਿਕਲਿਆ ਸ਼ਬਦ ਭਲਾ ਭਲਾ ਭਲਾ। ਅੱਜ ਹਰ ਘਰ ਦੇ ਵਿੱਚ ਇੱਕ ਬੜੀ ਖਤਰਨਾਕ ਬਿਮਾਰੀ ਆ ਚੁੱਕੀ ਜੇ। ਉਹ ਖਤਰਨਾਕ ਬਿਮਾਰੀ ਕੀ ਹੈ? ਇੱਕ ਹਿਕਮਤ ਅਤੇ ਦੂਜਾ ਹੁਕਮ। ਹਰ ਮਨੁੱਖ ਆਪਣੀ ਹਿਕਮਤ ਝਾੜ ਰਿਹਾ ਹੈ ਜਾਂ ਆਪਣਾ ਹੁਕਮ ਸੁਣਾ ਰਿਹਾ ਹੈ। ਬਸ ਮੈਂ ਵੱਡਾ, ਮੈਂ ਸਿਆਣਾ, ਘਰ ਦੇ ਵਿੱਚ ਮੇਰਾ ਹੀ ਹੁਕਮ ਚੱਲੇ, ਗੁਰਦੁਆਰੇ ਵਿੱਚ ਵੀ ਮੇਰਾ, ਸਮਾਜ ਵਿੱਚ ਵੀ ਮੇਰਾ, ਤੇ ਦੇਸ਼ ਵਿੱਚ ਮੇਰਾ ਹੀ ਸਿੱਕਾ ਚੱਲੇ। ਤੇ ਧੰਨ ਗੁਰੂ ਨਾਨਕ ਸਾਹਿਬ ਇਹਨਾਂ ਦੋਨਾਂ ਚੋਂ ਸਾਨੂੰ ਕੱਢਣ ਆਏ ਹਨ। ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਨੇ, ਜੋ ਕਿਛ ਕਰੈ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ। ਇਹ ਹਿਕਮਤ ਅਤੇ ਹੁਕਮ ਕਰਨਾ ਛੱਡ ਦੇ। ਜੋ ਰੱਬ ਕਰ ਰਿਹਾ ਉਸ ਵਿੱਚ ਭਲਾ ਮਨਾ। ਇਹ 3 ਮਹੀਨੇ ਦੀ ਉਮਰ ਵਿੱਚ ਕਿਹਾ ਸ਼ਬਦ ਭਲਾ ਭਲਾ ਭਲਾ। ਇਸ ਵਿੱਚ ਬੜਾ ਸੁੱਖ ਜੇ। ਕਿਤੇ ਅਸੀਂ ਅੱਜ ਉਹਨਾਂ ਦੇ ਬਚਨਾਂ ਨੂੰ, ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾ ਸਕੀਏ। ਗੁਰਪੁਰਬ ਮਨਾਉਣ ਦਾ ਪ੍ਰਯੋਜਨ ਉਦੋਂ ਪੂਰਾ ਹੁੰਦਾ। ਉਹਨਾਂ ਨੇ ਜੋ ਸਾਨੂੰ ਰਾਹ ਦੱਸਿਆ, ਉਸ ਰਸਤੇ ਤੇ ਅਸੀਂ ਤੁਰਨਾ ਸ਼ੁਰੂ ਕਰੀਏ। ਅੱਜ ਤੋਂ ਬਾਅਦ ਹੁਕਮ ਕਰਨਾ ਤੇ ਹਿਕਮਤ ਝਾੜਨੀ ਛੱਡ ਦਈਏ। ਜੋ ਕੁਛ ਕਰੈ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਛੱਡੋ ਜੇ ਸੁੱਖ ਲੱਗਦਾ। 1 ਸਾਲ ਦੇ ਹੋਏ ਨਾ ਤੁਰਨ ਲੱਗ ਪਏ। ਬੱਚਾ ਆਮ ਤੌਰ ਤੇ 1 ਸਾਲ ਦਾ ਤੁਰ ਪੈਂਦਾ। 5 ਸਾਲ ਦੀ ਉਮਰ ਵਿੱਚ ਹਾਣੀਆਂ ਨਾਲ ਕੌਡੀ ਬਾਡੀ ਖੇਡਦੇ ਨੇ। ਆ ਤੱਕਣਾ ਕੈਸਾ ਜੀਵਨ ਹੈ। ਬੜੀਆਂ ਗੁੱਡੀਆਂ ਰਮਜ਼ਾਂ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਦੇ ਦੋਸਤ ਬੋਲਦੇ ਹਨ ਕੌਡੀ ਕੌਡੀ, ਤੇ ਬਾਬਾ ਨਾਨਕ ਬੋਲਦੇ ਹਨ 5 ਸਾਲ ਦੀ ਉਮਰ ਵਿੱਚ ਤੇਰਾ ਤੇਰਾ। ਕੌਡੀ ਕੌਡੀ ਨਹੀਂ ਕਹਿ ਰਹੇ, ਤੇਰਾ ਤੇਰਾ ਕਰਕੇ ਖੇਡਦੇ ਨੇ ਕਬੱਡੀ। ਤੇਰਾ ਤੇਰਾ। ਪ੍ਰਿੰਸੀਪਲ ਸਤਬੀਰ ਸਿੰਘ ਨੇ ਬੜਾ ਵਿਸਥਾਰ ਨਾਲ ਲਿਖਿਆ ਇਤਿਹਾਸ। ਦੋਸਤ ਕਹਿ ਰਹੇ ਨੇ ਕੌਡੀ ਕੌਡੀ, ਤੇ ਬਾਬਾ ਨਾਨਕ ਕਹਿੰਦੇ ਤੇਰਾ ਤੇਰਾ। ਹਾਣੀਆਂ ਨਾਲ ਖੇਡਦੇ ਨੇ। 7 ਸਾਲ ਦੇ ਉਮਰ ਹੋਏ ਤੇ ਮਾਪਿਆਂ ਨੇ ਪਾਂਧੇ ਕੋ ਭੇਜਿਆ। ਪਹਿਲੇ ਦਿਨ ਜਾ ਕੇ ਪਾਂਧੇ ਨੇ ਅੱਗੇ ਪੱਟੀ ਰੱਖੀ। ਕਹਿਣ ਲੱਗੇ ਕਿਉਂ ਪੜ੍ਹਾ ਰਹੇ ਮੈਨੂੰ? ਇਸ ਪੜ੍ਹਾਈ ਨਾਲ ਹੋਏਗਾ ਕਿ ਕਹਿੰਦੇ ਲੇਖਾ ਜੋਖਾ ਕਰਨਾ ਆਏਗਾ, ਹਿਸਾਬ ਕਿਤਾਬ ਬੜਾ ਜ਼ਰੂਰੀ ਹੈ। ਤੇ ਕਹਿੰਦੇ ਇਸ ਪੜ੍ਹਾਈ ਨਾਲ ਕੀ ਦਰਗਾਹ ਦੇ ਵਿੱਚ ਜਦੋਂ ਹਿਸਾਬ ਹੋਏਗਾ ਲੇਖਿਆਂ ਤੋਂ ਛੁਟਕਾਰਾ ਦਵਾ ਦੇਗਾ? ਪਾਂਧਾ ਹੈਰਾਨ ਅਕਵਾਕ ਹੋ ਗਿਆ। ਅੱਜ ਤੱਕ ਮੈਨੂੰ ਇਹ ਸਿੱਖਿਆ ਨਹੀਂ ਸੀ ਮਿਲੀ। ਇਹ ਨਹੀਂ ਕਿ ਅਸੀਂ ਬੱਚਿਆਂ ਨੂੰ ਉਚੇਰੀ ਵਿੱਦਿਆ ਨਹੀਂ ਦੇਣੀ, ਉਚੇਰੀ ਵਿੱਦਿਆ ਦਈਏ, ਪਰ ਨਾਲ ਗੁਰਮਤ ਦਾ ਆਧਾਰ ਹੋਵੇ। ਗੁਰਸਿੱਖ ਡਾਕਟਰ ਬਣਨ, ਗੁਰਸਿੱਖ ਇੰਜੀਨੀਅਰ, ਗੁਰਸਿੱਖ ਲਾਇਰ ਬਣਨ। ਬੇਸ ਗੁਰਮਤ ਦਾ ਹੋਵੇ, ਸਿੱਖਿਆ ਗੁਰੂ ਦੀ ਨਾਲ ਹੋਵੇ, ਫਿਰ ਜੀਵਨ ਉੱਚਾ ਹੋਏਗਾ। ਤੇ ਕਹਿਣ ਲੱਗੇ ਫਿਰ ਪਾਂਧੇ ਨੂੰ ਪੱਟੀ ਪੋਚ ਕੇ ਕਹਿਣ ਲੱਗੇ ਫਿਰ ਹਿਰਦੇ ਰੂਪੀ ਪੱਟੀ ਤੇ 3 ਅਕਸ਼ਰ ਲਿਖ ਲਓ, ਲੇਖਿਆਂ ਤੋਂ ਮੁਕਤ ਹੋ ਜਾਓਗੇ। 7 ਸਾਲ ਦੀ ਉਮਰ 'ਚ ਬਚਨ ਹੋਏ ਨੇ। ਲਿਖ ਨਾਮ ਸਾਲਾਹਾ ਲਿਖ, ਲਿਖੇ ਅੰਤ ਨਾ ਪਾਰਾਵਾਰ। ਜਿਨ੍ਹਾਂ ਨੇ 3 ਅਕਸ਼ਰ ਸਿੱਖ ਲਏ ਸਾਰੀ ਵਿਦਿਆ ਦਾ ਨਿਚੋੜ ਜੇ ਸਾਰ ਹੈ। ਹਿਰਦੇ ਰੂਪੀ ਪੱਟੀ ਤੇ ਲਿਖ ਨਾਮ, ਸਿਰਫ ਸਲਾਹ ਦਾ ਲੇਖ ਲਿਖ ਤੇ ਉਸ ਤੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਬਾਬਾ ਇਹ ਲੇਖਾ ਲਿਖ ਜਾਣ ਜਿਨ੍ਹਾਂ ਨੇ ਜਿਉਂਦਿਆਂ ਇਹ ਸਿਰਫ ਸਲਾਹ ਦਾ ਲੇਖ ਲਿਖ ਲਿਆ। ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਅੱਗੇ ਹਿਸਾਬ ਪੁੱਛਿਆ ਜਾਏਗਾ ਦਰਗਾਹ ਦੇ ਵਿੱਚ ਤੇ ਇਹ ਲੇਖਾ ਤੈਨੂੰ ਮੁਕਤ ਦਵਾ ਦੇਗਾ, ਲੇਖਿਆਂ ਤੋਂ ਮੁਕਤ ਕਰਾ ਦੇਗਾ। ਇਹ ਰਾਹਦਾਰੀ ਹੈ। 9 ਸਾਲ ਦੇ ਹੋਏ
ਤੇ ਅੱਗੇ ਜੰਝੂ ਲਿਆ ਕੇ ਰੱਖਿਆ ਗਿਆ। ਮਰਿਆਦਾ ਹੈ ਸਾਡੇ ਧਰਮ ਦੀ, ਕੁੱਲ ਦੀ, ਇਹ ਜੰਝੂ ਪਾਉਣਾ ਪੈਣਾ। ਤੇ 9 ਸਾਲ ਦੀ ਉਮਰ ਵਿੱਚ ਬਾਬਾ ਨਾਨਕ ਕਹਿ ਰਹੇ ਹਨ, ਕਹਿੰਦੇ ਮੇਰੀ ਭੈਣ ਬੇਬੇ ਨਾਨਕੀ ਮੇਰੇ ਨਾਲ ਉਮਰ ਵਿੱਚ ਵੱਡੀ ਹੈ, ਜੇ ਜੰਝੂ ਪਹਿਨਾਉਣਾ ਪਹਿਲਾਂ ਬੇਬੇ ਨਾਨਕੀ ਨੂੰ ਪਹਿਨਾਓ। ਕਹਿਣ ਲੱਗੇ ਔਰਤ ਨੂੰ ਨਹੀਂ ਪਹਿਨਾ ਸਕਦੇ। ਤੇ ਜਿਹੜਾ ਜੰਝੂ ਮਰਦ ਅਤੇ ਔਰਤ ਦੇ ਵਿੱਚ ਵੰਡੀਆਂ ਪਾ ਰਹੇ ਆ, ਮੈਨੂੰ ਇਹ ਜੰਝੂ ਨਹੀਂ ਚਾਹੀਦਾ। 9 ਸਾਲ ਦੀ ਉਮਰ ਵਿੱਚ ਬਾਲਕ ਗੋਬਿੰਦ ਰਾਏ ਨੇ ਜ਼ਬਰਦਸਤੀ ਜੰਝੂ ਲਾਉਣ ਵਾਲਿਆਂ ਨੂੰ ਵਰਜਦਿਆਂ ਆਪਣੇ ਪਿਤਾ ਨੂੰ ਜੰਝੂ ਦੀ ਰੱਖਿਆ ਲਈ ਸ਼ਹਾਦਤ ਲਈ ਭੇਜ ਦਿੱਤਾ ਸੀ। ਤਿੱਧਰ ਵੀ 9 ਸਾਲ ਦੀ ਉਮਰ ਹੈ। ਇਹ ਜਬਰੀ ਜੰਝੂ ਪਾ ਨਹੀਂ ਰਹੇ, ਉਹ ਜਬਰੀ ਜੰਝੂ ਉਤਾਰਨ ਦੇ ਲਈ ਆਪਣੇ ਪਿਤਾ ਨੂੰ ਸ਼ਹਾਦਤ ਲਈ ਭੇਜ ਰਹੇ ਹਨ। ਉਮਰਾਂ ਇੱਕੋ ਹੀ ਨੇ, ਨਹੀਂ ਪਾਇਆ ਜੰਝੂ। ਕਹਿਣ ਲੱਗੇ ਫਿਰ ਜਨੇਊ ਪਾਣਾ ਨਾ, ਫਿਰ ਕਦਾ ਦੱਸਾ ਕਿਹੜਾ। ਉੱਥੇ ਸ਼ਬਦ ਉਚਾਰਿਆ ਹੈ, ਦਇਆ ਕਪਾਸ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਟ। ਜੇ ਹੈ ਤੇਰੇ ਪਾਸ ਆਤਮਾ ਦਾ ਜਨੇਊ, ਦਇਆ ਕਪਾਹ ਹੋਵੇ, ਸੰਤੋਖ ਸੂਤਰ ਹੋਵੇ, ਜਤ ਗੰਢੀ ਸਤ ਵਟ, ਉੱਚਾ ਆਚਰਣ ਦੀਆਂ ਗੰਢਾਂ ਹੋਣ, ਇਹ ਆਤਮਾ ਦਾ ਜਨੇਊ ਮੈਨੂੰ ਪਹਿਨ, ਕੋਈ ਇਤਰਾਜ਼ ਨਹੀਂ। ਸਾਰਿਆਂ ਦੇ ਹੱਥ ਖੜੇ ਹੋ ਗਏ, ਨਹੀਂ ਪਹਿਨਾ ਸਕੇ। 9 ਸਾਲ ਦੀ ਉਮਰ ਵਿੱਚ ਜੰਝੂ ਪਾਉਣ ਤੋਂ ਇਨਕਾਰ ਕਰ ਦਿੱਤਾ। ਸੁਲਤਾਨਪੁਰ ਲੋਧੀ ਪਹਿਲਾ ਉਪਦੇਸ਼ ਦਿੱਤਾ ਉਹਨਾਂ, ਜੀਵਨ ਦਾ ਪਹਿਲਾ ਪੈਗਾਮ, ਨਾ ਕੋ ਹਿੰਦੂ ਨਾ ਮੁਸਲਮਾਨ, ਇਨਸਾਨੀਅਤ ਹੀ ਸਭ ਕੁਛ ਹੈ। ਤੇ ਨਵਾਬ ਦੌਲਤ ਖਾਂ ਅੱਗੇ ਆ ਗਏ, ਜੇ ਤੁਸੀਂ ਕਹਿ ਰਹੇ ਹੋ ਇਨਸਾਨੀਅਤ ਹੀ ਅੱਗੇ ਹੈ, ਤੇ ਇਨਸਾਨੀਅਤ ਸਿੱਖਣ ਲਈ ਧਰਮ ਲੋੜ ਹੈ, ਧਰਮ ਸਿੱਖਣਾ ਪੈਂਦਾ ਹੈ। ਫਿਰ ਆਓ ਸਾਡੇ ਨਾਲ ਨਮਾਜ਼ ਪੜ੍ਹੋ, ਨਮਾਜ਼ ਅਦਾ ਕਰੋ। ਤਿਆਰ ਹੋ ਗਏ। ਨਵਾਬ ਦੌਲਤ ਖਾਂ ਵੀ ਨਮਾਜ਼ ਪੜ੍ਹ ਰਿਹਾ ਤੇ ਕਾਜੀ ਵੀ ਪੜ੍ਹ ਰਿਹਾ, ਮੁਸਕਰਾਈ ਜਾ ਰਹੇ ਨੇ ਕਾਰਨਰ ਵਿੱਚ। ਤੇ ਨਵਾਬ ਦੌਲਤ ਖਾਂ ਕਹਿੰਦਾ ਤੁਸੀਂ ਨਮਾਜ਼ ਦੀ ਤੋਹੀਨ ਕੀਤੀ ਹੈ, ਤੁਸੀਂ ਕਿਹਾ ਸੀ ਸਾਡੇ ਨਾਲ ਪੜ੍ਹਾਂਗੇ, ਅਦਾ ਕਰਾਂਗੇ, ਤੇ ਤੁਸੀਂ ਤਾਂ ਮੁਸਕਰਾਈ ਜਾ ਰਹੇ ਸੀ। ਤੇ ਨਵਾਬ ਦੌਲਤ ਖਾਨ ਨੂੰ ਪਿਆਰ ਨਾਲ ਪੁੱਛਦੇ ਨੇ ਕਿਸ ਦੀ ਨਮਾਜ਼ ਪੜ੍ਹੀ? ਕਹਿਣ ਲੱਗੇ ਅੱਲਾਹ ਤਾਲਾ ਦੀ। ਕਹਿੰਦੇ ਨਮਾਜ਼ ਪੜ੍ਹਨੀ ਹੋਰ ਹੁੰਦੀ ਹੈ, ਨਮਾਜ਼ ਅਦਾ ਕਰਨੀ ਹੋਰ ਹੈ। ਤੁਸੀਂ ਮੇਰੇ ਨਾਲ ਸ਼ਰਤ ਲਗਾਈ ਸੀ ਸਾਡੇ ਨਾਲ ਮਸਜਿਦ ਵਿੱਚ ਨਾ ਜਾ ਕੇ ਨਮਾਜ਼ ਅਦਾ ਕਰੋ, ਤੇ ਤੁਸੀਂ ਨਮਾਜ਼ ਅਦਾ ਕੀਤੀ ਕਿੱਥੇ ਹੈ? ਪੜ੍ਹੀ ਹੈ ਖਾਲੀ। ਕਾਬਲ 'ਚ ਘੋੜੇ ਖਰੀਦ ਰਿਹਾ ਸੀ ਨਾ ਤੂੰ, ਸੁਰਤ ਤੇਰੀ ਉੱਥੇ ਪਹੁੰਚੀ ਹੋਈ ਸੀ। ਤੇ ਨਵਾਬ ਦੌਲਤ ਕਹਿੰਦਾ ਜੀ ਫਿਰ ਜੇ ਮੈਂ ਨਮਾਜ਼ ਅਦਾ ਨਹੀਂ ਕੀਤੀ, ਕਾਜੀ ਤਾਂ ਧਰਮ ਦਾ ਆਗੂ ਹੈ, ਇਸ ਤਾਂ ਲੀਨ ਹੋ ਕੇ ਇਸਨੇ ਮੰਤਰ ਪੜ੍ਹਿਆ, ਇਸ ਨਾਲ ਤੁਸੀਂ ਅਦਾ ਕਰ ਲੈਂਦੇ। ਤੇ ਕਹਿਣ ਲੱਗੇ ਕਾਜੀ ਨੂੰ ਵੀ ਪੁੱਛ ਲਓ, ਇਸਨੇ ਕੇਵਲ ਨਮਾਜ਼ ਪੜ੍ਹੀ ਜੇ ਨਮਾਜ਼ ਅਦਾ ਨਹੀਂ ਕੀਤੀ। ਘਰ ਦੇ ਨਾਲ ਖੂਹ ਸੀ, ਕਿਤੇ ਵਛੇਰੀ ਖੂਹ ਵਿੱਚ ਨਾ ਡਿੱਗ ਪਏ, ਉਤਨੀ ਦੇਰ ਇਸ ਦੀ ਸੁਰਤ ਉੱਥੇ ਰਹੀ ਹੈ, ਵਛੇਰੀਆਂ ਹੀ ਸਾਂਭਦਾ ਰਿਹਾ ਹੈ। ਉਹ ਘੋੜੇ ਕਾਬਲ ਦੇ ਵਿੱਚ। ਇਹ ਕੇਵਲ ਨਵਾਬ ਅਤੇ ਕਾਜੀ ਨੂੰ ਸਿੱਖਿਆ ਨਹੀਂ ਸੀ, ਇਹ ਪਹਿਲਾ ਉਪਦੇਸ਼ ਹੈ, ਇਹ ਮੇਰੇ ਲਈ ਵੀ ਹੈ। ਜੇ ਅੱਜ ਮੈਂ ਨਿਤਨੇਮ ਕਰਨਾ ਫਿਰ ਪੜ੍ਹਨਾ ਨਹੀਂ, ਅਦਾ ਕਰਨਾ ਜੇ, ਪਿਆਰ ਦੇ ਨਾਲ ਲੀਨ ਹੋ ਕੇ ਪਾਠ ਕਰਨਾ, ਫਿਰ ਗੁਰੂ ਨਾਨਕ ਦੀ ਖੁਸ਼ੀ ਮਿਲੇਗੀ। ਵਾਹਿਗੁਰੂ ਮੰਤਰ ਜਪਣਾ, ਅੰਮ੍ਰਿਤ ਵੇਲੇ ਉੱਠ ਕੇ ਰਸਨਾ ਨਾਲ ਬੋਲ ਕੇ ਕੰਨਾਂ ਨਾਲ ਸੁਣਨਾ ਹੈ, ਧਿਆਨ ਉਸੇ ਵਿੱਚ ਰੱਖਣਾ ਹੈ। ਔਰ ਫਿਰ ਸਾਰੀ ਲੁਕਾਈ ਨੂੰ ਉਤਾਰਨ ਲਈ ਤੁਰੇ। ਭਾਈ ਗੁਰਦਾਸ ਜੀ ਨੇ ਫਿਰ ਧੰਨ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦੇ ਹਾਂ ਅਗਲੇ ਸ਼ਬਦ ਵਿੱਚ ਕਿਵੇਂ ਕਿਹਾ ਹੈ, ਕਿਉਂਕਿ 2 ਵਜੇ ਤੱਕ ਸਮਾਂ ਦਾਸ ਨੇ ਦਿੱਲੀ ਪਹੁੰਚਣਾ, ਜਿੱਥੇ ਰਾਤ ਦੇ ਦੀਵਾਨਾਂ 'ਚ ਹਾਜ਼ਰੀ ਹੈ। ਉਸ ਤੋਂ ਬਾਅਦ 5 ਦਿਨ ਲਗਾਤਾਰ ਉੱਤਰਾਂਚਲ ਵਿਖੇ ਰੁਦਰਪੁਰ ਹਲਦਵਾਨੀ ਉਹਨਾਂ ਇਲਾਕਿਆਂ 'ਚ ਸਾਲਾਨਾ ਗੁਰੂ ਸਮਾਗਮ ਹਰ ਸਾਲ ਭਾਈ ਸਾਹਿਬ ਕਰਾਉਂਦੇ ਸਨ, ਉੱਥੇ ਹਾਜ਼ਰੀ ਭਰਨੀ ਹੈ। ਇਸ ਲਈ ਆਓ ਸਮੇਂ ਵਿੱਚ ਰਹਿੰਦੇ ਆ। ਚੜ੍ਹਿਆ ਸੋਧਨ ਤਰਤ ਲੁਕਾਈ, ਚੜਿਆ ਸੋਧਣ ਤਰਤ ਲੁਕਾਈ,
ਚੜਿਆ ਸੋ ਧਨ ਧਰਤ ਲੁਕਾਈ ਚੜਿਆ ਸੋ ਧਨ ਧਰਤ ਲੋਕਾਈ ਚੜਿਆ ਸੋ ਧਨ ਧਰਤ ਲੁਕਾਈ ਜਪੋ ਚੜਿਆ ਸੋ ਧਨ ਚੜਿਆ ਸੋ ਧਨ ਧਰਤ ਲੁਕਾਈ ਚੜਿਆ ਸੋ ਧਨ ਧਰਤ ਲੋਕਾਈ ਚੜਿਆ ਸੋ ਧਨ ਧਰਤ ਲੁਕਾਈ ਚੜਿਆ ਸੋ ਧਨ ਧਰਤ ਲੋਕਾਈ ਚੜਿਆ ਸੋ ਧਨ ਧਰਤ ਲੁਕਾਈ ਚੜਿਆ ਸੋ ਧਨ ਧਰਤ ਲੋਕਾਈ ਹਾਂ ਚੜਿਆ ਸੋ ਧਨ ਧਰਤ ਲੁਕਾਈ ਜਪੋ ਚੜਿਆ ਚੜਿਆ ਸੋ ਧਨ ਧਰਤ ਲੁਕਾਈ ਚੜਿਆ ਸੋ ਧਨ ਧਰਤ ਹਾਂ ਲੋਕਾਈ ਚੜਿਆ ਸੋ ਧਨ ਧਰਤ ਲੁਕਾਈ ਚੜਿਆ ਸੋ ਧਨ ਲੁਕਾਈ ਪਹਿਲਾ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਖਾਲ ਕਮਾਈ ਰੀਤ ਅਕ ਆਹਾਰ ਕਰ ਰੋੜਾ ਕੀ ਗੁਰ ਕਰੀ ਵਿਛਾਈ ਪਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣ ਆਈ ਪਾਰੀ ਕਰੀ ਤਪੱਸਿਆ ਧੰਨ ਗੁਰੂ ਨਾਨਕ ਵਾਹਿਗੁਰੂ ਵੱਡੇ ਭਾਗ ਹਰ ਸਿਉ ਬਣ ਆਈ ਪਾਰੀ ਕਰੀ ਤਪੱਸਿਆ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣ ਆਈ ਪਾਰੀ ਕਰੀ ਤਪੱਸਿਆ ਕਰੀ ਤਪੱਸਿਆ ਪਾਰੀ ਕਰੀ ਤਪੱਸਿਆ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਧੰਨ 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 ਗੁਰੂ ਨਾਨਕ ਵਾਹਿਗੁਰੂ 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 हे गुरु चढ़या सो धड़ धरत लुकाई चढ़या सो धड़ धरत लुकाई ਚੜਿਆ ਸੋਧਣ ਧਰਤ ਲੋਕਾਈ चढ़या सो धरत लुकाई ਚੜਿਆ ਸੋਧਣ ਧਰਤ ਲੋਕਾਈ चढ़या सो धड़ धरत ਜਪੋ लुकाई ਚੜਿਆ चढ़या सो धड़ धरत लुकाई ਚੜਿਆ ਸੋਧਣ ਧਰਤ ਲੋਕਾਈ ਬਾਬਾ ਪੈਂਧਾ ਸੱਚ ਖੰਡ ਨੌ ਨਿਤ ਨਾਮ ਗਰੀਬੀ ਪਾਈ ਬਾਬਾ ਦੇਖੇ ਧਿਆਨ ਤਾਰ ਜਲਤੀ ਸਭ ਪ੍ਰਿਥਵੀ ਦਿਸ ਆਈ ਜਲਤੀ ਸਭ ਪ੍ਰਿਥਵੀ ਦਿਸ ਆਈ ਜਲਤੀ ਸਭ ਪ੍ਰਿਥਵੀ ਦਿਸ ਆਈ चढ़या सो धड़ धरत लुकाई ਚੜਿਆ ਸੋਧਣ ਧਰਤ ਲੋਕਾਈ चढ़या सो धड़ धरत लुकाई ਜਪੋ ਚੜਿਆ ਚੜਿਆ ਸੋਧਣ ਧਰਤ लुकाई ਜਪੋ ਚੜਿਆ ਚੜਿਆ ਸੋਧਣ ਧਰਤ ਲੋਕਾਈ लुकाई
हूँ गुरु गुबार है कर दी सुनी लुकाई। बाबे पेख बनाया उदासी की रीत चलाई। बाबे पेख बनाया उदासी की रीत चलाई। उदासी की रीत चलाई। उदासी की रीत चलाई। छड़या शोधन हरत लुकाई। चढ़िया शोधन हरत लुकाई। चढ़या शोधन हरत लुकाई। जपो चढ़या शोधन हरत लुकाई। छड़या शोधन हरत लुकाई। चढ़िया शोधन धरत लुकाई। छड़या शोधन हरत लुकाई। चढ़िया शोधन धरत लुकाई। चढ़िया शोधन धरत लुकाई। जपो चढ़या शोधन धरत लुकाई। छड़या शोधन हरत लुकाई। चढ़या शोधन धरत लुकाई। चढ़िया शोधन धरत लुकाई। चढ़िया शोधन धरत लुकाई। छड़या शोधन हरत लुकाई। चढ़िया शोधन धरत लुकाई। वाहे ਕਿਰਤ ਦੇ ਮੁਕਾਮ ਤੇ ਚਾਰ ਸੰਸਾਰ ਵੀ ਧੰਦੇ ਹਨ। ਚਾਰੇ ਧੰਦੇ ਬਾਬੇ ਨਾਨਕ ਨੇ ਖੁਦ ਕੀਤੇ ਹਨ। ਕਿਰਤ ਨੂੰ ਪ੍ਰਧਾਨਤਾ ਦਿੱਤੀ ਹੈ। ਨੌਕਰੀ ਵੀ ਕੀਤੀ, ਹੱਟੀ ਤੇ ਵੀ ਬੈਠੇ, ਹਲ ਵੀ ਵਾਇਆ, ਖੇਤੀਬਾੜੀ ਵੀ ਕੀਤੀ ਤੇ ਵਪਾਰ ਵੀ ਕੀਤਾ। ਮੋਦੀ ਖਾਨੇ ਦੇ ਇੰਚਾਰਜ ਹਨ ਸੁਲਤਾਨਪੁਰ ਲੋਧੀ। ਰਸਦਾਂ ਵੰਡ ਰਹੇ ਹਨ। ਕਾਲੀ ਮਾਤਾ ਦਾ ਉਪਾਸ਼ਕ ਭਾਈ ਭਗੀਰਥ ਸਾਹਿਬਾਨ ਦੇ ਚਰਨਾਂ 'ਚ ਆਇਆ। ਉਸਨੇ ਚਾਦਰ ਵਿਛਾਈ ਹੈ ਤੇ ਬਾਬਾ ਬੁੱਕਾਂ ਭਰ ਕੇ ਪਾ ਰਿਹਾ ਹੈ। ਇੱਕ ਕਰਕੇ 7 ਬੁੱਕਾਂ ਭਰ ਕੇ ਰਾਸ਼ਨ ਦੀਆਂ ਪਾ ਦੀਆਂ ਤੇ ਭਾਈ ਭਗੀਰਥ ਕਹਿੰਦਾ ਬਾਬਾ ਗਿਣਤੀ 7 ਤੇ ਪਹੁੰਚ ਗਈ, ਤੂੰ ਇੱਕ ਹੀ ਕਹੀ ਜਾ ਰਿਹਾ। ਅੱਛਾ, 7 ਕਹਿਣਾ ਸ਼ੁਰੂ ਕਰ ਦਿੱਤਾ ਤੇ ਬੁੱਕਾਂ ਭਰ ਕੇ ਰਾਸ਼ਨ ਦੀਆਂ ਪਾਈ ਗਏ ਤੇ ਭਾਈ ਭਗੀਰਥ ਕਹਿਣ ਲੱਗਿਆ ਬਾਬਾ ਗਿਣਤੀ 13 ਤੇ ਪਹੁੰਚ ਚੁੱਕੇ, ਤੂੰ 7 ਤੇ ਰੁਕਿਆ ਹੋਇਆ, ਤੈਨੂੰ ਤਾਂ ਗਿਣਨਾ ਵੀ ਨਹੀਂ ਆਉਂਦਾ। ਕਰਜ਼ਾ ਨਹੀਂ ਉਤਰਨਾ, ਪੁਸ਼ਤਾਂ ਤੋਂ ਕਰਜ਼ਾ ਨਹੀਂ ਉਤਰੇਗਾ, ਲੁੱਟਿਆ ਜਾਏਗਾ, ਤੈਨੂੰ ਗਿਣਤੀ ਵੀ ਕਰਨੀ ਆ ਰਹੀ। ਤੇ 13 ਉੱਥੇ ਪਹਿਲਾ ਉਪਦੇਸ਼ ਦਿੱਤਾ। ਇਹ ਜੀਵਨ ਦਾ ਬੜਾ ਸਾਰਥਕ ਗਿਆਨ ਜੇ। ਮੈਂ ਅਤੇ ਮੇਰੀ ਨੂੰ ਅਸੀਂ ਮਿਟਾਉਣਾ ਤੇ ਤੂੰ ਅਤੇ ਤੇਰੇ ਨਾਲ ਜੁੜਨਾ। ਇਹ ਪਹਿਲਾ ਉਪਦੇਸ਼ ਸੁਲਤਾਨਪੁਰ ਲੋਧੀ ਭਾਈ ਭਗੀਰਥ ਨੂੰ ਦਿੱਤਾ। ਜੋ ਕਿਹਾ ਨਾ ਮੈਨੂੰ ਤੈਨੂੰ ਗਿਣਨਾ ਵੀ ਨਹੀਂ ਆਉਂਦਾ,
ਧੰਨ ਗੁਰੂ ਨਾਨਕ ਸਾਹਿਬ ਭਾਈ ਭਗੀਰਥ ਨੂੰ ਕਹਿੰਦੇ ਕੋਈ ਸਿਖਾਉਣ ਵਾਲਾ ਆ ਜਾਏ, 3 ਕੁ ਅੱਖਰ ਸਿਖਾ ਦੇ। ਕਹਿੰਦੇ 3 ਅੱਖਰ? ਕਹਿੰਦੇ ਨਜ਼ਰ ਵਿੱਚ ਵੀ 3 ਅਕਸ਼ਰ ਹੁੰਦੇ ਹਨ ਤੇ ਮੈਂ ਵੀ ਅਕਸ਼ਰ 3 ਬੋਲੇ ਹਨ। ਪਹਿਲਾਂ ਇੱਕ ਤੇ ਰੁਕਿਆ, ਉਹ ਇੱਕੋ ਇੱਕ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਇੱਕ ਹੈ, ਇੱਕ ਹੈ, ਇੱਕ ਤੂੰ ਹੀ, ਇੱਕ ਹੈ, ਇੱਕ ਹੈ ਤੂੰ, ਰਾਇਓ ਇੱਕੋ ਇੱਕ ਜੇ। ਉਸ ਦਾ ਕੋਈ ਸੈਕਿੰਡ ਬਦਲ ਨਹੀਂ ਜੇ। ਅਸੀਂ ਇੱਕ ਨਾਲ ਜੁੜਨਾ ਹੈ ਤੇ ਜਿਹੜਾ ਇੱਕ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਹੀ ਤਾਂ ਸੱਤ ਜੇ, ਬਾਕੀ ਸਭ ਕੁਝ ਨਾਸ਼ ਹੋ ਜਾਏਗਾ, ਕੁਛ ਨਹੀਂ ਰਹੇਗਾ, ਉਹੀ ਸੱਤ ਹੈ। ਤੇ ਜਿਹੜਾ ਤੇਰਾ ਹੋ ਗਿਆ ਉਹ ਤਾਂ ਤਨ ਹੋ ਗਿਆ। ਆਖੋ ਵਾਹਿਗੁਰੂ ਵਾਹਿਗੁਰੂ। ਕਿਤਨਾ ਵੱਡਾ ਗਿਆਨ ਦੇ ਗਿਆ। ਜਿਹੜਾ ਕਾਲੀ ਮਾਤਾ ਦਾ ਉਪਾਸਕ ਸੀ, ਗੁਰੂ ਨਾਨਕ ਦੇ ਚਰਨਾਂ ਦਾ ਪੌਰਾ ਹੀ ਬਣ ਗਿਆ। ਇਸੇ ਭਾਈ ਭਗੀਰਥ ਨੇ ਭਾਈ ਮਨਸੁਖ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਲਿਆਂਦਾ ਹੈ। ਇਸੇ ਭਾਈ ਮਨਸੁਖ ਨੇ ਰਾਜਾ ਸ਼ਿਵਨਾਮ ਨੂੰ ਗੁਰੂ ਨਾਨਕ ਦੇ ਚਰਨਾਂ, ਤੇ ਸਾਰੀ ਪ੍ਰਜਾ ਗੁਰੂ ਨਾਨਕ ਦੇ ਉਪਾਸਕ ਬਣ ਗਈ ਸੀ। ਇਹ ਜਾਗ ਲੱਗੀ ਭਾਈ ਭਗੀਰਥ ਨੂੰ। ਕਿਤੇ ਅਸੀਂ ਇਸ ਰਮਜ ਨੂੰ ਸਮਝ ਸਕੀਏ, ਮੈਂ ਅਤੇ ਮੇਰੀ ਨੂੰ ਛੱਡ ਕੇ ਤੂੰ ਅਤੇ ਤੇਰੀ ਨਾਲ ਜੁੜੀਏ। ਜਪਜੀ ਪੜ੍ਹ ਲਓ, ਆਸਾ ਕੀ ਵਾਰ ਪੜ੍ਹ ਲਓ। ਧੰਨ ਗੁਰੂ ਨਾਨਕ ਸਾਹਿਬ ਨੇ ਬਾਰ-ਬਾਰ ਸ਼ਬਦ ਵਰਤੇ ਹਨ, ਤੂੰ, ਤੇਰਾ, ਤੁਧ। ਕਿਤੇ ਮੇਰੀ ਦੀ ਗੱਲ ਨਹੀਂ ਹੈ, ਕਿਤੇ ਪਕੜ ਸਕੀਏ ਨੁਕਤੇ ਹੈ। ਬੜੀ ਗਹਿਰਾਈ ਹੈ ਜਪਜੀ ਤੇ ਆਸਾ ਕੀ ਵਾਰ ਅੰਦਰ। ਤੇ ਜਦੋਂ ਮੋਦੀਖਾਨੇ ਦੀ ਗਿਣਤੀ ਹੋਈ ਨਾ, 830 ਰੁਪਏ ਬਾਬੇ ਨਾਨਕ ਵੱਲ ਵੱਧ ਨਿਕਲੇ। ਉਸੇ ਸਮੇਂ ਨੌਕਰੀ ਛੱਡ ਦਿੱਤੀ। ਸੁਲਤਾਨਪੁਰ ਲੋਧੀ ਸਿੱਧੇ ਵੇਈ ਨਦੀ ਦੇ ਵਿੱਚ ਪ੍ਰਵੇਸ਼ ਕਰ ਗਏ। 3 ਦਿਨ ਵੇਈ ਨਦੀ ਵਿੱਚ ਰਹੇ ਤੇ ਜਨਮ ਸਾਖੀ ਵਾਲੇ ਨੇ ਲਿਖਿਆ, ਉੱਥੇ ਨਿਰੰਕਾਰ ਨਾਲ ਉਹਨਾਂ ਦੀ ਵਾਰਤਾਲਾਪ ਹੋਈ ਹੈ। ਨਿਰੰਕਾਰ ਨੇ ਬਾਬੇ ਨਾਨਕ ਨੂੰ ਕਿਹਾ, ਤੂੰ ਅਤੇ ਮੈਂ ਇੱਕ ਹੋ ਗਏ, ਤੇਰੇ ਤੇ ਮੇਰੇ 'ਚ ਕੋਈ ਅੰਤਰ ਨਹੀਂ। ਮੇਰਾ ਨਾਮ ਹੈ ਪਾਰ ਬ੍ਰਹਮ ਪਰਮੇਸ਼ਰ ਤੇ ਤੇਰਾ ਹੈ ਗੁਰ ਪਰਮੇਸ਼ਰ। ਆਖੋ ਧੰਨ ਗੁਰੂ ਨਾਨਕ। ਤੇ ਜਦੋਂ ਇਹ ਸ਼ਬਦ ਸੁਣੇ ਵੇਈ ਨਦੀ ਵਿੱਚ, ਧੰਨ ਗੁਰੂ ਨਾਨਕ ਸਾਹਿਬ ਨੇ ਨਿਰੰਕਾਰ ਦੀ ਉਸਤਤ ਕਰਦਿਆਂ ਇੱਕ ਓੰਕਾਰ ਤੋਂ ਗੁਰ ਪ੍ਰਸਾਦ ਤੱਕ ਇਹ 9 ਸ਼ਬਦ ਮਹਿਮਾ ਵਿੱਚ ਗਏ ਤੇ ਸਾਰਾ ਜੀਵਨ ਇੱਕ ਓੰਕਾਰ ਤੋਂ ਗੁਰ ਪ੍ਰਸਾਦ ਦਾ ਪੈਗਾਮ ਥਾਂ ਥਾਂ ਤੇ ਦਿੱਤਾ ਉਹਨਾਂ। ਇਹ ਸਾਰੇ ਜਪਜੀ ਦਾ ਨਿਚੋੜ ਹੈ, ਗੁਰੂ ਗ੍ਰੰਥ ਸਾਹਿਬ ਦਾ ਸਾਰ ਜੇ। ਵਾਹਿਗੁਰੂ ਇੱਕ ਹੈ, ਉਹ ਅਦੁੱਤੀ ਹੈ। ਇਹ ਨਿਰੰਕਾਰ ਦੇ ਸਨਮੁਖ ਉਸਤਤ ਕਰ ਰਹੇ ਹਨ ਗੁਰੂ ਨਾਨਕ। ਉਸ ਦਾ ਨਾਮ ਸਤ ਹੈ, ਉਹ ਸਦੀਵੀ ਹੋਣ ਵਾਲਾ ਹੈ। ਤੇ ਜਿਹੜਾ ਇੱਕ ਹੈ, ਸਤ ਹੈ, ਉਹੀ ਕ੍ਰੀਏਟਰ ਜੇ। ਕੇਵਲ ਕ੍ਰੀਏਟਰ ਨਹੀਂ, ਕਰਤਾ ਨਹੀਂ ਹੈ, ਉਹ ਬਣਾ ਕੇ ਵਿੱਚ ਬੈਠਾ ਜੇ। ਕੋਈ ਮਿਸਤਰੀ ਮਕਾਨ ਬਣਾਉਂਦਾ ਹੈ, ਮਕਾਨ ਵਿੱਚ ਅਸੀਂ ਰਹਿੰਦੇ ਹਾਂ, ਮਿਸਤਰੀ ਅਲੱਗ ਹੋ ਜਾਂਦਾ ਹੈ। ਕੋਈ ਸੁਨਿਆਰਾ ਸੋਨੇ ਦਾ ਗਹਿਣਾ ਬਣਾਉਂਦਾ, ਸੁਨਿਆਰਾ ਆਪਣੇ ਘਰ ਬੈਠਾ, ਗਹਿਣਾ ਸਾਡੇ ਕੋਲ ਹੈ, ਅਲੱਗ ਹੋ ਗਏ। ਹਰ ਕਿਰਤ ਕਰਤੇ ਨਾਲੋਂ ਜੁਦਾ ਹੋ ਜਾਂਦੀ ਹੈ। ਘੁਮਿਆਰ ਨੇ ਘੜਾ ਬਣਾਇਆ, ਘੜਾ ਅਲੱਗ ਜੇ, ਘੁਮਿਆਰ ਅਲੱਗ ਹੋ ਗਿਆ, ਪਰ ਕਰਤਾਪੁਰ ਕੈਸਾ ਜੇ। ਉਸਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਰਚੀ, 84 ਲੱਖ ਜੂਨਾਂ ਸਾਰਿਆਂ ਦੇ ਵਿੱਚ ਆ ਬੈਠਾ ਜੇ, ਵਿਆਪਕ ਹੋ ਕੇ। ਇਹ ਹੈ ਪੁਰਖ, ਇੱਕ ਰਸ ਵਿਆਪ ਰਿਹਾ, ਸਾਰਿਆਂ 'ਚ ਬੈਠਾ। ਕਰਤਾਪੁਰ ਅਲੱਗ ਨਹੀਂ ਹੋਇਆ ਕਿਰਤ ਨਾਲੋਂ। ਤੇ ਅਗਲੀ ਉਸ ਦੀ ਸਿਫਤ ਕਰਦੇ, ਕਹਿੰਦੇ ਉਸ ਨੂੰ ਕਿਸੇ ਦਾ ਡਰ ਨਹੀਂ। ਡਰ ਉੱਥੇ ਹੁੰਦਾ ਜਿੱਥੇ ਆਪਣੇ ਤੋਂ ਕੋਈ ਵੱਡਾ ਹੋਵੇ, ਤਾਕਤਵਰ ਹੋਵੇ, ਉਹ ਸਭ ਨਾਲੋਂ ਵੱਡਾ ਜੇ। ਤੇ ਜੇ ਅਸੀਂ ਨਿਰਭਉ ਜਪਾਂਗੇ ਨਾ, ਕੀ ਹੋਏਗਾ? ਨਿਰਭਉ ਜਪੈ ਸਗਲ ਭਉ ਮਿਟੈ। ਇੱਕ ਦਿਨ ਤੁਸੀਂ ਵੀ ਨਿਰਭਉ ਹੁੰਦੇ ਜਾਓਗੇ। ਇਹ ਗੁਣ ਅੰਦਰ ਆਪਣੇ ਅੰਦਰ ਟਿਕਾਣਾ ਜੇ। ਬੰਦਗੀ ਦੇ ਲਈ ਇਹ 2 ਸ਼ਕਤੀਆਂ ਚਾਹੀਦੀਆਂ ਹਨ, ਇੱਕ ਨਿਰਭਉ, ਇੱਕ ਨਿਰਵੈਰ। ਇਸ ਤੋਂ ਬਿਨਾਂ ਬੰਦਗੀ ਨਹੀਂ ਪ੍ਰਫੁੱਲਤ ਹੋਏਗੀ, ਭਗਤੀ ਨੂੰ ਫਲ ਨਹੀਂ ਲੱਗੇਗਾ। ਨਿਰਭੈਤਾ ਆ ਜਾਏ ਤੇ ਕਿਸੇ ਨਾਲ ਵੈਰ ਛੱਡੀਏ, ਈਰਖਾ ਛੱਡੋ, ਸਾੜਾ ਛੱਡੋ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ, ਕਦੇ ਭਲਾ ਨਹੀਂ ਹੋਣਾ। ਅੱਜ ਪੁਰਬ ਮਨਾ ਰਹੇ ਧੰਨ ਗੁਰੂ ਨਾਨਕ ਸਾਹਿਬ ਦਾ, ਫਿਰ ਨਿਰਵੈਰ ਹੋ ਜਾਈਏ, ਵੈਰ ਤੋਂ ਰਹਿਤ ਹੋ ਜਾਓ, ਛੱਡੋ ਸਾੜੇ ਸੂੜੇ ਈਰਖਾ।
अंदरला सड़ रहा साडा। ना को बैरी नहीं बेगाना सगल संग हमको बनियाई। किते भाई कन्हैया जी वर्गी साडी अवस्था बन जाए, समदृष्टि हो जाए, हर स्वरूप दे विचों निरंकार नजर आउण लग जाए। निर्वैर, वैर तो रहता वाहिगुरू। जे असीं उस विच समाउणा फिर सानू भी निर्वैर होना पैना। हर जन ऐसा चाहिए जैसा हर ही होए। ਜਿਹੜੇ गुण गुरु ਦੇ ਵਿੱਚ ਨੇ, सिख ਦੇ ਵਿੱਚ ਉਹ गुण ਆਣਗੇ, ਫਿਰ सिख ਦਾ गुरु ਨਾਲ ਮਿਲਾਪ ਹੋਏਗਾ। ये अंतर जी डिफरेंस है, नहीं मिल होना। ਤੇ ਜਿਹੜਾ ਨਿਰਭਉ ਤੇ ਨਿਰਵੈਰ ਹੈ ਉਹ ਕਾਲ ਦੇ ਚੱਕਰ ਵਿੱਚ ਨਹੀਂ। ਕਾਲ ਪਾਏ ਬ੍ਰਹਮ ਅਵਤਾਰਾ, काल पाए शिवजू अवतरा, काल पाए कर विष्णु प्रकाशा, सकल काल का किया तमाशा, जो उपजो सो बिनस है परो आज कह काल। जो जन्म है सो जानो मुआ, उसका जन्म नहीं होया इसलिए मौत नहीं जे। इको एक अकाल पुरख है जिहड़ा काल के प्रभाव तो रहता है। अकाल मूरत, इत्थे मूरोदर तस्वीर नहीं, सत स्वरूप जे। अगला गुण कह गए चूना विच नहीं आउंदा। असीं माड़े कर्म करांगे, झूठ बोलांगे, निंदिया करांगे, पराया रूप तकांगे, चोरी यारी करांगे, ईर्खा करांगे, टेढ़ियां जूना 84 लाख जूना च भटकना पएगा। वो शरीर नहीं है कर्मां दे गेट तो मुक्त, इसलिए जूना विच नहीं आ सकता। वो प्रकाश रूप है, जोत रूप है, जागत जोत है। अजूनी दा अर्थ है जागत जोत। ਤੇ ਸਹਿਬੰਗ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਕਿਸੇ ਮਾਂ ਦੀ ਕੁੱਖੋਂ ਉਸਨੂੰ ਆਉਣਾ ਨਹੀਂ ਪਿਆ, ਉਸਦਾ ਕੋਈ ਮਾਂ ਪਿਓ ਨਹੀਂ ਜੇ। ਉਹ ਐਸਾ ਨਹੀਂ ਹੈ ਕਿਸੇ ਨੇ ਮੰਦਰ ਵਿੱਚ ਤਸਵੀਰ ਬਣਾ ਕੇ ਰੱਖ ਦਿੱਤੀ, ਕਿਸੇ ਗੁਰੂ ਨੇ ਚੇਲਾ ਬਣਾ ਲਿਆ, ਉਹ ਰੱਬ ਨਹੀਂ ਜੇ। ਸਹਿਬੰਗ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਉਹ ਕਿਸੇ ਦਾ ਥਾਪਿਆ ਨਹੀਂ, ਕਿਸੇ ਦਾ ਬਣਾਇਆ ਹੋਇਆ ਨਹੀਂ, ਆਪੇ ਆਪ ਨਿਰੰਜਨ ਸੋਏ, ਸੁੱਤੇ ਸਿੱਧ ਪ੍ਰਕਾਸ਼ਮਾਨ ਹੈ। ਤੇ ਗੁਰ ਪ੍ਰਸਾਦ ਉਸਦਾ 9ਵਾਂ ਗੁਣ ਹੈ, ਗੁਰੂ ਕਿਰਪਾ ਨਾਲ ਮਿਲੇਗਾ। ਇਹ ਵੇਈ ਨਦੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੇ ਨਿਰੰਕਾਰ ਦੀ ਉਸਤਤ ਕਰਦੇ ਆ। ਇਹ 9 ਸ਼ਬਦ ਬੋਲੇ ਸਨ ਇੱਕ ਓਂਕਾਰ ਤੋਂ ਗੁਰ ਪ੍ਰਸਾਦ। ਤੇ ਜਿੱਥੇ ਜਿੱਥੇ ਵੀ ਸੋਧਣ ਲਈ ਲੁਕਾਈ ਨੂੰ ਗਏ ਨੇ, ਇਹ ਪੈਗਾਮ ਉਹਨਾਂ ਘਰ ਘਰ ਵਿੱਚ ਪਹੁੰਚਾਇਆ ਇੱਕ ਓਂਕਾਰ ਤੋਂ ਗੁਰ ਪ੍ਰਸਾਦ ਦਾ। ਇਹ ਤੱਤ ਹੈ ਗੁਰੂ ਨਾਨਕ ਦੀ ਵਿਚਾਰਧਾਰਾ ਦਾ, ਸਾਰ ਹੈ। मैं होर संखेप करा। चढ़िया सोधन तरत लुकाई, सुल्तानपुर तो अगे यात्रा चलती गई, दीपालपुर पहुंचे हैं। इत्थे एक कोड़ी सी, उसते मक्खियां भणक रही, सिरी चों पस चल रही है। बाहर कुजा पिया, लोग क्योंकि अंदर उसके नेड़े नहीं सी जा सकते, इतनियां मक्खियां भणकदियां सन। उस कुजे विच कोई पैसा टका पा देंदा। इतनी नामुराद बीमारी सी ते धन गुरु नानक साहब उसकी झुग्गी दे विच अज प्रवेश कर गए। तो उसने कहा मैनू नामुराद बीमारी है, मेरे नेड़े ना आना, कोई मेरे नेड़े नहीं टुकदा। ते गलवकड़ी विच लैके छाती नाल लगा लिया। तकना गुरु नानक नूं कैसा रूप है उन्हां दा। ते उत्थे शब्द उचारिया उसकी झुग्गी दे विच, जियो तपत है बारो बार, तप तप खपै बहुत बेकार। एक कोड़ का रोग पता क्यों होया है? जय तन बाणी विसर जाए, जो पक्का रोगी विल लाए। जिसनों नाम भुल जाए वह तो कोड़ी की तरह तड़फेगा ही तड़फेगा। तू आत्मा निर्बल कर ले। एक अमृत की दृष्टि पाई, उस कोड़ी का कोड़ दूर हो गया। यात्रा होर अगे वधी है। लाहौर पहुंचे हैं। इत्थे सेठ दुनी चंद बड़ा वड्डा मन्निया होया सेठ सी ते झंडे झूल रहे सी। ये अपने वड्डियां दा श्राद्ध कर रहा है। ते कहन लगे किसका श्राद्ध कर रहा? कहंदे बजुर्गों का। सामने फलानी थां ते देख, तेरा बापू बघियाड़ दी जून विच भटक रहा है, बघियाड़ बनया बैठा है। जिस दे नां दा तू लंगर चला रहे हैं, श्राद्ध कर रहे हैं, उत्थे सानू कहा असीं वड्डियां दे नां दे श्राद्ध नहीं करने। एक कुरीति च है। तो बघियाड़ दी जून च भटक रहा है। तो पूछा मुस्करा के, बड़े झंडे झूल रहे ने,
ਕਹਿੰਦਾ ਜੀ 7 ਲੱਖ ਹੈ ਇਸ ਸਮੇਂ, ਉਸ ਸਮੇਂ ਕਿਸੇ ਕੋਲ 1 ਲੱਖ ਹੁੰਦਾ ਸੀ ਨਾ, ਇੱਕ ਝੰਡਾ ਲਹਿਰਾਉਂਦਾ ਸੀ। ਕਹਿੰਦਾ ਬੜਾ ਵਪਾਰ ਹੈ, ਲੈਣ ਦੇਣ ਵਿਆਜੀ ਰੁਪਈਆ ਦਿੰਦਾ। ਤੇ ਬਾਬਾ ਨਾਨਕ ਕਹਿਣ ਲੱਗੇ ਤੇਰੇ ਤੋਂ ਵੱਡਾ ਗਰੀਬ ਮੈਨੂੰ ਦੁਨੀਆ ਵਿੱਚ ਕੋਈ ਨਜ਼ਰ ਨਹੀਂ ਆਇਆ। ਕਹਿਣ ਲੱਗੇ ਜੀ ਇਤਨੀ ਵੱਡੀ ਸਾਮੀ ਹੈ ਤੇ ਤੁਸੀਂ ਕੰਗਾਲ ਕਹਿ ਦਿੱਤਾ। ਸਿੱਖਿਆ ਬੜੀ ਵੱਡੀ ਹੈ, ਕੇਵਲ ਸਾਖੀਆਂ ਨੂੰ ਪੜ੍ਹ ਕੇ ਅਸੀਂ ਅੱਗੇ ਲੰਘ ਜਾਂਦੇ ਹਾਂ। ਇਸ ਵਿੱਚ ਜੋ ਰਮਜ਼ਾਂ ਹਨ ਕਿਤੇ ਉਹ ਪਕੜ ਸਕੀਏ, ਨੁਕਤੇ ਹਨ। ਇੱਕ ਸੂਈ ਦਿੱਤੀ ਤੇ ਸ਼ੇਖ ਦੁਨੀ ਚੰਦ ਨੂੰ ਕਹਿਣ ਲੱਗੇ ਮੈਂ ਯਾਤਰਾ ਤੇ ਰਹਿਣਾ, ਸਾਹਮਣੇ ਬੜੀ ਔਖੀ ਹੈ, ਪਰਲੋਕ ਵੀ ਜਾ ਕੇ ਸੂਈ ਵਾਪਸ ਕਰਦੇ। ਕਿਤੇ ਗੁਰੂ ਦੀ ਸੰਗਤ ਵਿੱਚ ਆਇਆ ਹੁੰਦਾ, ਗੱਲ ਪਰਲੋਕ ਦੀ ਪਤਾ ਚੱਲਦੀ। ਸੂਈ ਲੈ ਕੇ ਆਪਣੀ ਪਤਨੀ ਨੂੰ ਕਹਿਣ ਲੱਗਿਆ ਬਾਬੇ ਨਾਨਕ ਨੇ ਸੂਈ ਦਿੱਤੀ ਹੈ, ਤਾਂ ਕਹਿਣ ਲੱਗਿਆ ਜਾ ਕੇ ਵਾਪਸ। ਕਹਿੰਦੀ ਅੱਗੇ ਕੀ ਜਾਣਾ ਹੈ? ਫਿਰ ਭੋਲੀਆਂ ਗੱਲਾਂ ਕਰਦਾ ਕਹਿਣ ਲੱਗਿਆ ਜਾਂਦੀ ਵਾਰ ਬੋਝੇ 'ਚ ਪਾ ਦੇ। ਕਹਿਣ ਲੱਗੀ ਕੱਪੜੇ ਵੀ ਸੜ ਜਾਣਗੇ, ਤੇਰਾ ਸਰੀਰ ਵੀ ਸੜ ਜਾਏਗਾ, ਅੱਗੇ ਤਾਂ ਕੁਛ ਵੀ ਨਾਲ ਨਹੀਂ ਜਾਣਾ। ਗੱਲ ਖਾਨੇ 'ਚ ਪੈ ਗਈ ਪਤਨੀ ਦੀ। ਉਹ ਸਤਸੰਗਤ ਵਿੱਚ ਕਿਤੇ ਜਾਂਦੀ ਸੀ, ਅੱਗੇ ਦੀ ਗੱਲ ਚੇਤੇ ਸੀ ਉਸਨੂੰ। ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਇਹ ਗੱਲ ਸਮਝ ਵੀ ਸੀ ਉਸਨੂੰ, ਅੱਗੇ ਦੀ ਗੱਲ ਹੈ, ਅੱਗੇ ਲੇਖਾ ਹੋਏਗਾ, ਪਾਈ ਪਾਈ ਦਾ ਹਿਸਾਬ ਪੁੱਛਿਆ ਜਾਣਾ। ਤੇ ਜਦੋਂ ਪਤਨੀ ਨੇ ਸਮਝਾਇਆ, ਉਹ ਸੂਈ ਲੈ ਕੇ ਬਾਬੇ ਨਾਨਕ ਨੂੰ ਕਹਿੰਦਾ ਆਹ ਫੜੋ ਆਪਣੀ ਸੂਈ, ਇਹ ਅੱਗੇ ਨਹੀਂ ਲਿਜਾ ਸਕਦਾ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਜਿਹੜੀ ਵਸਤੂ ਅੱਗੇ ਨਾਲ ਜਾਣੀ ਹੈ, ਜਨਮ ਤੋਂ ਲੈ ਕੇ ਅੱਜ ਤੱਕ ਉਹ ਤੂੰ ਸੰਚਨ ਨਹੀਂ ਕੀਤੀ, ਤੇਰੇ ਤੋਂ ਵੱਡਾ ਕੰਗਾਲ ਦੁਨੀਆ ਵਿੱਚ ਕਿਹੜਾ? ਫਿਰ ਦੁਨਿਆਵੀ ਧਨ ਦਾ ਮਾਣ ਕਰ ਰਹੇ ਹਾਂ, ਜਿਹੜਾ ਇੱਥੇ ਛੱਡ ਕੇ ਚਲਾ ਜਾਣਾ, ਅੱਗੇ ਸਾਂਭਣ ਵਾਲਿਆਂ ਨੇ ਸਾਂਭ ਲੈਣਾ। ਕਿ ਕੋਠੀਆਂ ਅਸੀਂ ਨਾਲ ਲੈ ਗਏ, ਕਿ ਆਪਣੀਆਂ ਨਾਲ ਚਲੇ ਗਈਆਂ ਸਾਡੇ, ਕਿ ਘਰ ਦਾ ਸਾਜੋ ਸਮਾਨ ਅਸੀਂ ਨਾਲ ਚੁੱਕ ਕੇ ਲੈ ਜਾਵਾਂਗੇ? ਆਤਮਾ ਦੇ ਨਾਲ ਕੇਵਲ ਜਪਿਆ ਨਾਮ ਜਾਏਗਾ। ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਜਿਨ੍ਹਾਂ ਜਪਿਆ ਹੋਏਗਾ ਇਹ ਤੇਰੀ ਸਹਾਇਤਾ ਕਰੇਗਾ ਅੱਗੇ। ਜਿਹੇ ਪੈਂਡੇ ਮਹਾ ਅੰਧ ਗੁਬਾਰਾ, ਅੱਗੇ ਕੁੱਪ ਹਨੇਰਾ ਜੇ। ਹਰ ਕਾ ਨਾਮ ਸੰਗ ਉਜਿਆਰਾ, ਜਪਿਆ ਨਾਮ ਦੀਵੇ ਦੀ ਤਰ੍ਹਾਂ ਰੋਸ਼ਨੀ ਕਰੇਗਾ। ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸ਼ਾ। ਇਹ ਤੇਰੇ ਲਈ ਤੋਸ਼ਾ ਬਣੇਗਾ। ਤੇ ਐਸਾ ਗਿਆਨ ਮਿਲਿਆ ਤੇ ਕਹਿਣ ਲੱਗਿਆ ਜੀ ਹੁਣ ਕੋਈ ਜੁਗਤ ਦੱਸੋ। ਜੇ ਦੁਨਿਆਵੀ ਧਨ 7 ਲੱਖ ਰੁਪਈਆ ਅੱਜ ਦਾ ਕਰੋੜਾਂ ਅਰਬਾਂ ਬਣਾਉਂਦਾ ਜੇ, 550 ਸਾਲ ਪਹਿਲਾਂ ਦੀ ਗੱਲ ਹੈ, ਉਦੋਂ 7 ਲੱਖ। ਫਿਰ ਕਹਿਣ ਲੱਗਿਆ ਜੀ ਫਿਰ ਜੇ ਨਾਲ ਨਹੀਂ ਜਾਣਾ, ਫਿਰ ਮੈਨੂੰ ਨਾਮ ਦੀ ਕੋਈ ਖੇਡ ਸਮਝਾਓ, ਜੀਵਨ ਸਫਲਾ ਹੋ ਜਾਏ। ਕਹਿਣ ਲੱਗੇ ਜਿਤਨੀ ਕੋ ਲੋੜ ਹੈ ਉਹ ਰੱਖ ਲੈ, ਗਰੀਬਾਂ ਤੇ ਲੋੜਵੰਦਾਂ 'ਚ ਵੰਡ ਦੇ ਬਸ। ਅੰਮ੍ਰਿਤ ਵੇਲੇ ਉੱਠ ਕੇ ਸੇਠ ਦੁਨੀ ਚੰਦ ਨੂੰ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਜਪਜੀ ਦਾ ਪਾਠ ਕਰਨਾ ਸ਼ੁਰੂ ਕਰ। ਧਰਮ ਦੇ ਰਾਹ ਤੇ ਤੁਰ ਪਏ। ਸੇਠ ਦੁਨੀ ਚੰਦ ਨੂੰ ਮਾਰਗ ਮਿਲ ਗਿਆ। ਇੱਕੋ ਹੀ ਨੁਕਤਾ ਉਸਨੂੰ ਜੀਵਨ ਦਾ ਰਾਹ ਦੇ ਗਿਆ। ਕਥਾ ਕਥ ਹੈ, ਗੁਰੂ ਕਿਰਪਾ ਕਰੇ ਅਸੀਂ ਅੰਮ੍ਰਿਤ ਵੇਲਾ ਸੰਭਾਲ ਸਕੀਏ। ਜੋ ਧੰਨ ਗੁਰੂ ਨਾਨਕ ਸਾਹਿਬ ਨੇ ਜਪਜੀ ਅੰਦਰ ਇੱਕ ਸਿਧਾਂਤ ਦੇ ਦਿੱਤਾ, ਜੇ ਚਾਹੁੰਦੇ ਹੋ ਨਾ ਮੋਕਸ਼ ਦਾ ਦਰ, ਜੀਵਨ ਦੀਆਂ ਸਚਿਆਰ ਬਣਨਾ, ਉਸ ਦੀ ਨਦਰ ਪ੍ਰਾਪਤ ਕਰਨੀ ਪਏਗੀ। ਤੇ ਕਿਰਪਾ ਦੇ ਲਈ 4 ਕੰਮ ਸਾਨੂੰ ਰੋਜ਼ਾਨਾ ਕਰਨੇ ਪੈਣਗੇ। ਇਹ ਪੇਟਾ ਰੋਜ਼ਾਨਾ ਉਸ ਮਾਲਕ ਦੇ ਚਰਨਾਂ 'ਚ ਰੋਜ਼ਾਨਾ ਰੱਖਣਾ ਪਏਗਾ। ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ, ਪੇਟਾ ਕੀ ਰੱਖਾਂ ਉਸਦੇ ਦਰਸ਼ਨ ਹੋ ਜਾਣ। ਮੋਹ ਕੇ ਬੋਲਣ ਬੋਲੀਐ, ਜਿਤ ਸੁਣ ਤਰੇ ਪਿਆਰ। ਬੋਲ ਕਿਹੜੇ ਬੋਲਾਂ? ਉਹ ਮੈਨੂੰ ਗੋਦ ਵਿੱਚ ਬਿਠਾ ਲੈ, ਆਪਣੀ ਗੋਦ ਵਿੱਚ ਲੈ ਲੈ। ਤੇ ਸਤਿਗੁਰੂ ਨਾਨਕ ਦੇਵ ਕਹਿੰਦੇ ਅੰਮ੍ਰਿਤ ਵੇਲਾ ਜੀਵਨ ਵਿੱਚ ਕਦੇ ਨਾ ਖੋ ਜਾਏ। ਅੱਜ ਅਸੀਂ 1 ਵਜੇ ਤੱਕ ਸੀਰੀਅਲ ਦੇਖ ਰਹੇ ਹਾਂ, ਸਭ ਆਰਟੀਫਿਸ਼ਲ। ਕੋਈ ਬੱਚੇ ਮੋਬਾਈਲਾਂ 'ਤੇ ਗੇਮਾਂ ਖੇਡੀ ਜਾ ਰਹੇ ਨੇ ਅੱਧੀ ਅੱਧੀ ਰਾਤ ਨੂੰ। ਨਾ ਜਪਜੀ ਸਾਨੂੰ ਚੇਤੇ, ਨਾ ਰਹਿ ਰਾਸ ਭੁੱਲਿਆ ਹੋਇਆ ਹੈ। ਕਦੋਂ ਅਸੀਂ ਜੀਵਨ ਬਣਾਵਾਂਗੇ? ਸਮਾਂ ਵੇਸਟ ਹੋ ਰਿਹਾ ਜੇ ਸਾਡਾ। ਇਹ ਸਮਾਂ ਬੜਾ ਕੀਮਤੀ ਜੇ। ਹਰ ਜਪਦਿਆਂ ਖਿਨ ਢਿੱਲ ਨਾ ਕੀਜੇ, ਮੇਰੀ ਜਿੰਦੜੀਏ। ਮਤ ਕੇ ਜਾਪੈ, ਸਾਹ ਆਵੈ ਕਿ ਨਾ ਆਵੈ। ਰਾਮ ਪਤਾ ਨਹੀਂ ਅਗਲਾ ਸਵਾਸ ਹੈ ਕਿ ਨਹੀਂ। ਕੋਈ ਗਰੰਟੀ ਹੈ? ਤੂੰ 100 ਸਾਲ ਦਾ ਐਫੀਡੈਵਿਟ ਲੈ ਕੇ ਆਇਆ, ਕੋਈ ਗਰੰਟੀ ਨਹੀਂ ਹੈ।
ਅੰਮ੍ਰਿਤ ਵੇਲੇ ਉਠੋ। ਤੇ ਬਾਬਾ ਨਾਨਕ ਕਹਿੰਦੇ ਫਿਰ ਉੱਠਦਿਆਂ ਸੱਚ ਨਾਉ, ਮੈਂ ਤਾਂ ਕਹਿੰਦਾ ਕੋਈ 15 ਮਿੰਟ ਤੋਂ ਸ਼ੁਰੂ ਕਰਕੇ ਦੇਖੇ। ਭਾਈ ਵੀਰ ਸਿੰਘ ਦੀ ਕਿਤਾਬ ਗੁਰਮੁਖ ਸਿੱਖਿਆ ਵਿੱਚ ਉਸਨੇ 15 ਮਿੰਟ ਦੀ ਗੱਲ ਕਰ ਗਏ। ਇੱਕ ਘੜੀ ਹੁੰਦੀ ਹੈ 24 ਮਿੰਟ ਦੀ, ਉਸ ਤੋਂ ਹਾਫ ਕਰ ਲਓ 12 ਮਿੰਟ, ਉਸ ਤੋਂ ਵੀ ਹਾਫ ਕਰ ਲਓ 6 ਮਿੰਟ। ਤੇ ਭਾਈ ਵੀਰ ਸਿੰਘ ਗੁਰਮੁਖ ਸਿੱਖਿਆ 'ਚ ਲਿਖ ਗਏ 6 ਮਿੰਟ ਵੀ ਕੋਈ ਅੰਮ੍ਰਿਤ ਵੇਲੇ ਇਕਾਗਰ ਚਿਤ ਹੋ ਕੇ ਵਾਹਿਗੁਰੂ ਜਪ ਲੇਗਾ ਨਾ, ਉਸ ਦੀ ਆਤਮਾ ਨੂੰ ਕਸ਼ਟ ਨਹੀਂ ਜਾਏਗਾ। ਤੇ ਜਿਤਨਾ ਜ਼ਿਆਦਾ ਜਪੇਗਾ कितना को सुख मिलेगा, कितनियां को बरकतां उसकी झोले पैणगियां। सिर्फ 6 मिनट की गल कर गए, हाफ नालों भी हाफ घड़ी तो 15 मिनट तो करके देख शुरू। कल तो बैठो, उठदियां असीं केवल वाहिगुरू का सिमरन करना है, सच नाम, जिस बारे भाई गुरदास कह गए वाहिगुरू गुरमंत्र है जप होमै खोई। ये होमै सड़ेगी, वाहिगुरू वाहिगुरू जप के। तीजा कर कम वडियाई, 10 गुरुआं ने भगतां ने निरंकार की वडियाई की सच्चे की सच्ची बाणी द्वारा। शिव सलाह के शब्द अमृत वेले पढ़िया कर। आ शब्द आपां सारिआं नूं चेते ना, सुन वड्डा आखै सब कोए केवड़ वड्डा डीठा होए। रोजाना पढ़ते हैं, किते सुरत नाल एकागर चित होके इस शब्द की विचार करो, इस विच निरंकार की वडियाई है। हाँ क्या सलाही किरम जंत वड्डी तेरी वडियाई, पढ़ो शब्द है अमृत वेले। वड्डी हूँ वड्डा पार तेरा मरतबा बेअंत शब्द हन वडियाई वाले। तो जो वडियाई करोगे ना, पता की होएगा, वडियाई वड्डा पाया वड्डे नूं मिलन आया ना, सिफत कर दे एक दिन वड्डा मिल जाएगा। तो चौथा काम जे विचार, खाली पाठ नहीं करना, पाठ करके समझना भी पएगा। जे समझांगे नहीं फिर कमा नहीं सकांगे। अमृत वेला सच नौ वडियाई विचार, कर्मी आवे कपड़ा नदरी मोख द्वार। पिछले चंगे कर्म करके आए सी, इस शरीर रूपी कपड़ा मिले सारिਆਂ ਕੋਲ नहीं जे। ਤੁਹਾਡੇ भाग चंगे ने, मनुख जामा मिले है। चंगे ते मंदे की पहचान हो सकती है, की करन आए हैं, की कर रहे हैं, करना की सी, ये केवल मनुख नूं सोझी है। नदरी मोख द्वार, तो जिन्हें 4 काम रोजाना कर ले, अमृत वेले उठ के वाहिगुरू जपिया, गुरबाणी द्वारा शिव सलाह की, विचार नूं कमा लिया, नदरी दी नज़र होएगी, किरपा दा मींह पएगा, मोक्ष दा दर खुलेगा खुलेगा। नानक ये मैं जानी है, सब आपे सचियार, इस पदवी तक असीं पहुँच सकीए। बहुत बहुत वधाइयां धन गुरु नानक साहब के प्रकाश पुरब दियां। गुरशब्द प्रचार सभा सोहाना वालों हर मंगलवार तो चंडीगढ़ और साहिबजादा अजीत सिंह नगर मोहाली के अलग अलग गुरुद्वारों विच रात को नाम सिमरन के प्रवाह चलते हैं। पिछले कई महीनों तो शाम को 7 बजे तो 8:30 बजे तक दीवान सजते हैं, जिस विच आसरियां का समा रात 7:30 तो 8:30 बजे तक होंदा है। आप सारिਆਂ ਨੂੰ बेनती है, जिथे आप जी ने मंगलवार के हफ्तावारी रात्रि के नाम सिमरन के प्रोग्रामां हाज़री भरनी है। गुरु किरपा नाल इस पावन स्थान पर पिछले 9 सालों तो लगातार महीनेवार नाम अभ्यास माई समागम हर महीने के दूसरे शनिवार ते ऐतवार होंदे हैं, जिस विच शाम नूं दूसरे शनिवार 4 बजे दीवान सजदे हैं। बाहरों आईयां संगतां 1 घंटा कीर्तन द्वारा हाज़री भरदियां हैं। दास का समा शाम नूं 5 बजे तो 6 बजे तक सिमरन अभ्यास का हुंदा, जिस विच विचारां कीतियां जांदियां। सिमरन करदिआं असीं ध्यान कित्थे रखना है, हुरनिआं नूं किवें रोकना है, जीवन का मनोरथ धन गुरु ग्रंथ साहिब की सोच अनुसार असीं किवें पूरा कर सकते हैं। 1 घंटा संगती रूप में अभ्यास होंदा है। सोध की चौंकी तो उपरंत रात फिर 9 बजे तक दीवान सजदे हैं। दास का समा रात 8 तो 9 होंदा है। इक्को एक साधना इस स्थान पर दासरियां की दूसरे ऐतवार महीने के 4:30 तो 6 बजे तक होंदी है। दोपहर के 2 बजे तक दीवान सजदे हैं। गुरमुख रूहां विद्वान गुरबाणी के कीर्तन के विचारों द्वारा हाज़री भरते हैं। हर महीने के दूसरे शनिवार ਅਤੇ ਐਤਵਾਰ ये विशेष समागम इस संतान पर रखे जाते हैं। दिव्य चैनल पर अमृत वेले रोजाना दास की साधना 4 बजे तो 5 बजे तक अमृत वेले आती है। बिन संगतां सारे हिंदुस्तान में दास नूं फौरांदे हैं। अमृत वेले ठीक 4 तो 5 बजे तक दिव्य चैनल पर सिमरन साधना का आनंद माण रही है। हर महीने के पहले और तीसरे ऐतवार इस पावन स्थान पर अमृत संचार होंदे हैं जी। 6 तरीक को पहले ऐतवार 11 बजे अमृत का बाटा तैयार हो रहा है। जे सारी संगत विच कोई निगोरा बैठा है अरदास कर जाना,
गुरु की बख्शिश के पात्र बणीए जी। होइयां पिल्लां दी खमा सारिਆਂ ਦਾ ਧੰਨਵਾਦ। आओ आनंद साहब का पाठ पुरंत अरदास। राम कली महला तीजा आनंद को ओंकार सतगुर प्रसाद। चढ़िया सोधन तरत लोकाई चढ़या सोधन धरत लुकाई जपो चढ़िया सोधन चढ़या सोधन धरत लुकाई चढ़िया सोधन तरत लोकाई चढ़या सोधन धरत लुकाई चढ़िया सोधन तरत लोकाई चढ़या सोधन धरत लुकाई चढ़िया सोधन तरत लोकाई हाँ चढ़या सोधन धरत लुकाई जपो चढ़िया चढ़या सोधन धरत लुकाई चढ़िया सोधन तरत लोकाई हाँ चढ़या सोधन धरत लुकाई चढ़िया सोधन लुकाई पहला बाबे पाया बख्शदार पिछों दे फिर घाल कमाई। रेत अक आहार कर रोड़ा की गुर करी बिछाई। पारी करी तपस्या बड़े भाग हर स्यों बण आई। पारी करी तपस्या धन गुरु नानक वाहिगुरू। बड़े पाग हर स्यों बण आई। पारी करी तपस्या करी तपस्या बड़े भाग हर स्यों बण आई। पारी करी तपस्या करी तपस्या पारी करी तपस्या। वाहिगुरु 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 वाहिगुरु
ਵਾਹਿਗੁਰੂ 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 ਗੁਰੂ ਨਾਨਕ ਧੰਨ 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 ਗੁਰੂ ਨਾਨਕ ਵਾਹਿਗੁਰੂ 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 हे गुरु चढ़या सोधन धरत लुकाई चढ़या सोधन धरत लुकाई ਚੜਿਆ ਸੋਧਣ ਤਰਤ ਲੋਕਾਈ चढ़या सोधन धरत लुकाई ਚੜਿਆ ਸੋਧਣ ਤਰਤ ਲੋਕਾਈ चढ़या सोधन धरत ਜਪੋ लुकाई ਚੜਿਆ चढ़या सोधन धरत लुकाई ਚੜਿਆ ਸੋਧਣ ਤਰਤ ਲੋਕਾਈ ਬਾਬਾ ਪੈਂਧਾ ਸੱਚ ਖੰਡ ਨੌ ਨਿਤ ਨਾਮ ਗਰੀਬੀ ਪਾਈ ਬਾਬਾ ਦੇਖੇ ਧਿਆਨ ਤਾਰ ਜਲਤੀ ਸਭ ਪ੍ਰਿਥਵੀ ਦਿਸ ਆਈ ਜਲਤੀ ਸਭ ਪ੍ਰਿਥਵੀ ਦਿਸ ਆਈ ਜਲਤੀ ਸਭ ਪ੍ਰਿਥਵੀ ਦਿਸ ਆਈ चढ़या सोधन धरत लुकाई ਚੜਿਆ ਸੋਧਣ ਤਰਤ ਲੋਕਾਈ चढ़या सोधन धरत लुकाई ਜਪੋ ਚੜਿਆ ਚੜਿਆ सोधन धरत लुकाई ਜਪੋ ਚੜਿਆ ਚੜਿਆ ਸੋਧਣ ਤਰਤ ਲੋਕਾਈ लुकाई
गुरु गुबार है कर दी सुनी लुकाई। बाबे पेख बनाया उदासी की रीत चलाई। बाबे पेख बनाया उदासी की रीत चलाई। उदासी की रीत चलाई। उदासी की रीत चलाई। छड़या शोधन हरत लुकाई। चढ़िया शोधन हरत लुकाई। हाँ चढ़या शोधन हरत लुकाई। जपो चढ़िया शोधन हरत लुकाई। छड़या शोधन हरत लुकाई। चढ़िया शोधन हरत लुकाई। हाँ छड़या शोधन हरत लुकाई। चढ़िया शोधन हरत लुकाई। चढ़िया शोधन हरत लुकाई। जपो चढ़या शोधन हरत लुकाई। छड़या शोधन हरत लुकाई। चढ़िया शोधन हरत लुकाई। चढ़िया शोधन हरत लुकाई। चढ़िया शोधन हरत लुकाई। छड़या शोधन हरत लुकाई। चढ़िया शोधन हरत लुकाई। वाहे ਕਿਰਤ ਦੇ ਮੁਕਾਮ ਤੇ ਚਾਰ ਸੰਸਾਰ ਵੀ ਧੰਦੇ ਹਨ। ਚਾਰੇ ਧੰਦੇ ਬਾਬੇ ਨਾਨਕ ਨੇ ਖੁਦ ਕੀਤੇ ਹਨ। ਕਿਰਤ ਨੂੰ ਪ੍ਰਧਾਨਤਾ ਦਿੱਤੀ ਹੈ। ਨੌਕਰੀ ਵੀ ਕੀਤੀ, ਹੱਟੀ ਤੇ ਵੀ ਬੈਠੇ, ਹਲ ਵੀ ਵਾਇਆ, ਖੇਤੀਬਾੜੀ ਵੀ ਕੀਤੀ ਤੇ ਵਪਾਰ ਵੀ ਕੀਤਾ। ਮੋਦੀ ਖਾਨੇ ਦੇ ਇੰਚਾਰਜ ਹਨ ਸੁਲਤਾਨਪੁਰ ਲੋਧੀ। ਰਸਦਾਂ ਵੰਡ ਰਹੇ ਹਨ। ਕਾਲੀ ਮਾਤਾ ਦਾ ਉਪਾਸਕ ਭਾਈ ਭਗੀਰਥ ਸਾਹਿਬਾਨ ਦੇ ਚਰਨਾਂ 'ਚ ਆਇਆ। ਉਸਨੇ ਚਾਦਰ ਵਿਛਾਈ ਹੈ ਤੇ ਬਾਬਾ ਬੁੱਕਾਂ ਭਰ ਕੇ ਪਾ ਰਿਹਾ ਹੈ। ਇੱਕ ਕਰਕੇ 7 ਬੁੱਕਾਂ ਭਰ ਕੇ ਰਾਸ਼ਨ ਦੀਆਂ ਪਾ ਦੀਆਂ ਤੇ ਭਾਈ ਭਗੀਰਥ ਕਹਿੰਦਾ ਬਾਬਾ ਗਿਣਤੀ 7 ਤੇ ਪਹੁੰਚ ਗਈ, ਤੂੰ ਇੱਕ ਹੀ ਕਹੀ ਜਾ ਰਿਹਾ। ਅੱਛਾ, 7 ਕਹਿਣਾ ਸ਼ੁਰੂ ਕਰ ਦਿੱਤਾ ਤੇ ਬੁੱਕਾਂ ਭਰ ਕੇ ਰਾਸ਼ਨ ਦੀਆਂ ਪਾਈ ਗਏ ਤੇ ਭਾਈ ਭਗੀਰਥ ਕਹਿਣ ਲੱਗਿਆ ਬਾਬਾ ਗਿਣਤੀ 13 ਤੇ ਪਹੁੰਚ ਚੁੱਕੇ, ਤੂੰ 7 ਤੇ ਰੁਕਿਆ ਹੋਇਆ, ਤੈਨੂੰ ਤਾਂ ਗਿਣਨਾ ਵੀ ਨਹੀਂ ਆਉਂਦਾ। कर्जा नहीं उतरना, पुश्ता तो कर्जा नहीं उतरेगा, लुटिया जाएगा, तेनों गिनती भी करनी आ रही। फिर 13 उत्थे पहला उपदेश दिता है। ये जीवन का बड़ा सार्थक ज्ञान जे। मैं अते मेरी नूं असीं मिटाना ते तूं अते तेरे नाल जुड़ना। ये पहला उपदेश सुल्तानपुर लोधी भाई भगीरथ नूं दिता है। जो क्या ना मैनूं तैनूं गिनना भी नहीं आउंदा,
ਧੰਨ ਗੁਰੂ ਨਾਨਕ ਸਾਹਿਬ ਭਾਈ ਭਗੀਰਥ ਨੂੰ ਕਹਿੰਦੇ ਕੋਈ ਸਿਖਾਉਣ ਵਾਲਾ ਆ ਜਾਏ, 3 ਕੁ ਅੱਖਰ ਸਿਖਾ ਦੇ। ਕਹਿੰਦੇ 3 ਅੱਖਰ? ਕਹਿੰਦੇ ਨਜ਼ਰ ਵਿੱਚ ਵੀ 3 ਅਕਸ਼ਰ ਹੁੰਦੇ ਹਨ ਤੇ ਮੈਂ ਵੀ ਅਕਸ਼ਰ 3 ਬੋਲੇ ਹਨ। ਪਹਿਲਾਂ 1 ਤੇ ਰੁਕਿਆ, ਉਹ ਇੱਕੋ ਇੱਕ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਇੱਕ ਹੈ, ਇੱਕ ਹੈ, ਇੱਕ ਤੂੰ ਹੀ, ਇੱਕ ਹੈ, ਇੱਕ ਹੈ ਤੂੰ ਰਾਇਓ, ਇੱਕੋ ਇੱਕ ਜੇ। ਉਸ ਦਾ ਕੋਈ ਸੈਕਿੰਡ ਬਦਲ ਨਹੀਂ ਜੇ। ਅਸੀਂ ਇੱਕ ਨਾਲ ਜੁੜਨਾ ਤੇ ਜਿਹੜਾ ਇੱਕ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਹੀ ਤਾਂ ਸੱਤ ਜੇ, ਬਾਕੀ ਸਭ ਕੁਝ ਨਾਸ਼ ਹੋ ਜਾਏਗਾ, ਕੁਛ ਨਹੀਂ ਰਹੇਗਾ, ਉਹੀ ਸੱਤ ਹੈ। ਤੇ ਜਿਹੜਾ ਤੇਰਾ ਹੋ ਗਿਆ ਉਹ ਤਾਂ ਤਨ ਹੋ ਗਿਆ। ਆਖੋ ਵਾਹਿਗੁਰੂ ਵਾਹਿਗੁਰੂ। ਕਿਤਨਾ ਵੱਡਾ ਗਿਆਨ ਦੇ ਗਿਆ। ਜਿਹੜਾ ਕਾਲੀ ਮਾਤਾ ਦਾ ਉਪਾਸਕ ਸੀ, ਗੁਰੂ ਨਾਨਕ ਦੇ ਚਰਨਾਂ ਦਾ ਪੌਰਾ ਹੀ ਬਣ ਗਿਆ। ਇਸੇ ਭਾਈ ਭਗੀਰਥ ਨੇ ਭਾਈ ਮਨਸੁਖ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਲਿਆਂਦਾ ਹੈ। ਇਸੇ ਭਾਈ ਮਨਸੁਖ ਨੇ ਰਾਜਾ ਸ਼ਿਵ ਨਾਮ ਨੂੰ ਗੁਰੂ ਨਾਨਕ ਦੇ ਚਰਨਾਂ, ਤੇ ਸਾਰੀ ਪ੍ਰਜਾ ਗੁਰੂ ਨਾਨਕ ਦੀ ਉਪਾਸਕ ਬਣ ਗਈ ਸੀ। ਇਹ ਜਾਗ ਲੱਗੀ ਭਾਈ ਭਗੀਰਥ ਨੂੰ। ਜਿੱਥੇ ਅਸੀਂ ਇਸ ਰਮਜ ਨੂੰ ਸਮਝ ਸਕੀਏ, ਮੈਂ ਅਤੇ ਮੇਰੀ ਨੂੰ ਛੱਡ ਕੇ ਤੂੰ ਅਤੇ ਤੇਰੀ ਨਾਲ ਜੁੜੀਏ। ਜਪਜੀ ਪੜ੍ਹ ਲਓ, ਆਸਾ ਕੀ ਵਾਰ ਪੜ੍ਹ ਲਓ। ਧੰਨ ਗੁਰੂ ਨਾਨਕ ਸਾਹਿਬ ਨੇ ਬਾਰ-ਬਾਰ ਸ਼ਬਦ ਵਰਤੇ ਹਨ, ਤੂੰ, ਤੇਰਾ, ਤੁਧ। ਕਿਤੇ ਮੇਰੀ ਦੀ ਗੱਲ ਨਹੀਂ ਹੈ, ਕਿਤੇ ਪਕੜ ਸਕੀਏ ਨੁਕਤੇ ਹੈ। ਬੜੀ ਗਹਿਰਾਈ ਜਪਜੀ ਤੇ ਆਸਾ ਕੀ ਵਾਰ ਅੰਦਰ। ਤੇ ਜਦੋਂ ਮੋਦੀ ਖਾਨੇ ਦੀ ਗਿਣਤੀ ਹੋਈ ਨਾ, 830 ਰੁਪਏ ਬਾਬੇ ਨਾਨਕ ਵੱਲ ਵੱਧ ਨਿਕਲੇ। ਉਸੇ ਸਮੇਂ ਨੌਕਰੀ ਛੱਡ ਦਿੱਤੀ। ਸੁਲਤਾਨਪੁਰ ਲੋਧੀ ਸਿੱਧੇ ਵੇਈ ਨਦੀ ਦੇ ਵਿੱਚ ਪ੍ਰਵੇਸ਼ ਕਰ ਗਏ। 3 ਦਿਨ ਵੇਈ ਨਦੀ ਵਿੱਚ ਰਹੇ ਤੇ ਜਨਮ ਸਾਖੀ ਵਾਲੇ ਨੇ ਲਿਖਿਆ, ਉੱਥੇ ਨਿਰੰਕਾਰ ਨਾਲ ਉਹਨਾਂ ਦੀ ਵਾਰਤਾਲਾਪ ਹੋਈ ਹੈ। ਨਿਰੰਕਾਰ ਨੇ ਬਾਬੇ ਨਾਨਕ ਨੂੰ ਕਿਹਾ, ਤੂੰ ਅਤੇ ਮੈਂ ਇੱਕ ਹੋ ਗਏ, ਤੇਰੇ ਤੇ ਮੇਰੇ 'ਚ ਕੋਈ ਅੰਤਰ ਨਹੀਂ। ਮੇਰਾ ਨਾਮ ਹੈ ਪਾਰ ਬ੍ਰਹਮ ਪਰਮੇਸ਼ਰ ਤੇ ਤੇਰਾ ਹੈ ਗੁਰ ਪਰਮੇਸ਼ਰ। ਆਖੋ ਧੰਨ ਗੁਰੂ ਨਾਨਕ। ਤੇ ਜਦੋਂ ਇਹ ਸ਼ਬਦ ਸੁਣੇ, ਵੇਈ ਨਦੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੇ ਨਿਰੰਕਾਰ ਦੀ ਉਸਤਤ ਕਰਦਿਆਂ ਇੱਕ ਓੰਕਾਰ ਤੋਂ ਗੁਰ ਪ੍ਰਸਾਦ ਤੱਕ ਇਹ 9 ਸ਼ਬਦ ਮਹਿਮਾ ਵਿੱਚ ਗਏ। ਤੇ ਸਾਰਾ ਜੀਵਨ ਇੱਕ ਓੰਕਾਰ ਤੋਂ ਗੁਰ ਪ੍ਰਸਾਦ ਦਾ ਪੈਗਾਮ ਥਾਂ ਥਾਂ ਤੇ ਦਿੱਤਾ ਉਹਨਾਂ। ਇਹ ਸਾਰੇ ਜਪਜੀ ਦਾ ਨਿਚੋੜ ਹੈ, ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਵਾਹਿਗੁਰੂ ਇੱਕ ਹੈ, ਉਹ ਅਦੁੱਤੀ ਹੈ। ਇਹ ਨਿਰੰਕਾਰ ਦੇ ਸਨਮੁਖ ਉਸਤਤ ਕਰ ਰਹੇ ਹਨ ਗੁਰੂ ਨਾਨਕ। ਉਸ ਦਾ ਨਾਮ ਸਤ ਹੈ, ਉਹ ਸਦੀਵੀ ਹੋਣ ਵਾਲਾ ਹੈ। ਤੇ ਜਿਹੜਾ ਇੱਕ ਹੈ, ਸਤ ਹੈ, ਉਹੀ ਕ੍ਰੀਏਟਰ ਜੇ। ਕੇਵਲ ਕ੍ਰੀਏਟਰ ਨਹੀਂ, ਕਰਤਾ ਨਹੀਂ ਹੈ, ਉਹ ਬਣਾ ਕੇ ਵਿੱਚ ਬੈਠਾ ਜੇ। ਕੋਈ ਮਿਸਤਰੀ ਮਕਾਨ ਬਣਾਉਂਦਾ ਹੈ, ਮਕਾਨ ਵਿੱਚ ਅਸੀਂ ਰਹਿੰਦੇ ਹਾਂ, ਮਿਸਤਰੀ ਅਲੱਗ ਹੋ ਜਾਂਦਾ ਹੈ। ਕੋਈ ਸੁਨਿਆਰਾ ਸੋਨੇ ਦਾ ਗਹਿਣਾ ਬਣਾਉਂਦਾ, ਸੁਨਿਆਰਾ ਆਪਣੇ ਘਰ ਬੈਠਾ, ਗਹਿਣਾ ਸਾਡੇ ਕੋਲ ਹੈ, ਅਲੱਗ ਹੋ ਗਏ। ਹਰ ਕਿਰਤ ਕਰਤੇ ਨਾਲੋਂ ਜੁਦਾ ਹੋ ਜਾਂਦੀ ਹੈ। ਘੁਮਿਆਰ ਨੇ ਘੜਾ ਬਣਾਇਆ, ਘੜਾ ਅਲੱਗ ਜੇ, ਘੁਮਿਆਰ ਅਲੱਗ ਹੋ ਗਿਆ, ਪਰ ਕਰਤਾਪੁਰ ਕੈਸਾ ਜੇ। ਉਸਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਰਚੀ, 84 ਲੱਖ ਜੂਨਾਂ ਸਾਰਿਆਂ ਦੇ ਵਿੱਚ ਆ ਬੈਠਾ ਜੇ, ਵਿਆਪਕ ਹੋ ਕੇ। ਇਹ ਹੈ ਪੁਰਖ, ਇੱਕ ਰਸ ਵਿਆਪ ਰਿਹਾ, ਸਾਰਿਆਂ 'ਚ ਬੈਠਾ। ਕਰਤਾਪੁਰ ਅਲੱਗ ਨਹੀਂ ਹੋਇਆ ਕਿਰਤ ਨਾਲੋਂ। ਤੇ ਅਗਲੀ ਉਸ ਦੀ ਸਿਫਤ ਕਰਦੇ ਕਹਿੰਦੇ, ਉਸ ਨੂੰ ਕਿਸੇ ਦਾ ਡਰ ਨਹੀਂ। ਡਰ ਉੱਥੇ ਹੁੰਦਾ ਜਿੱਥੇ ਆਪਣੇ ਤੋਂ ਕੋਈ ਵੱਡਾ ਹੋਵੇ, ਤਾਕਤਵਰ ਹੋਵੇ, ਉਹ ਸਭ ਨਾਲੋਂ ਵੱਡਾ ਜੇ। ਤੇ ਜੇ ਅਸੀਂ ਨਿਰਭਉ ਜਪਾਂਗੇ ਨਾ, ਕੀ ਹੋਏਗਾ? ਨਿਰਭਉ ਜਪੈ ਸਗਲ ਭਉ ਮਿਟੈ। ਇੱਕ ਦਿਨ ਤੁਸੀਂ ਵੀ ਨਿਰਭਉ ਹੁੰਦੇ ਜਾਓਗੇ। ਇਹ ਗੁਣ ਅੰਦਰ ਆਪਣੇ ਅੰਦਰ ਟਿਕਾਣਾ ਜੇ। ਬੰਦਗੀ ਦੇ ਲਈ ਇਹ 2 ਸ਼ਕਤੀਆਂ ਚਾਹੀਦੀਆਂ ਹਨ, ਇੱਕ ਨਿਰਭਉ, ਇੱਕ ਨਿਰਵੈਰ। ਇਸ ਤੋਂ ਬਿਨਾਂ ਬੰਦਗੀ ਨਹੀਂ ਪ੍ਰਫੁੱਲਤ ਹੋਏਗੀ, ਭਗਤੀ ਨੂੰ ਫਲ ਨਹੀਂ ਲੱਗੇਗਾ। ਨਿਰਭੈਤਾ ਆ ਜਾਏ ਤੇ ਕਿਸੇ ਨਾਲ ਵੈਰ ਛੱਡੀਏ, ਈਰਖਾ ਛੱਡੋ, ਸਾੜਾ ਛੱਡੋ। ਜਿਸ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੇ ਭਲਾ, ਕਦੇ ਭਲਾ ਨਹੀਂ ਹੋਣਾ। ਅੱਜ ਪੁਰਬ ਮਨਾ ਰਹੇ ਧੰਨ ਗੁਰੂ ਨਾਨਕ ਸਾਹਿਬ ਦਾ, ਫਿਰ ਨਿਰਵੈਰ ਹੋ ਜਾਈਏ, ਵੈਰ ਤੋਂ ਰਹਿਤ ਹੋ ਜਾਓ, ਛੱਡੋ ਸਾੜੇ ਸੂੜੇ, ਈਰਖਾ।
ਅੰਦਰਲਾ ਸੜ ਰਿਹਾ ਸਾਡਾ। ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ। ਕਿਤੇ ਭਾਈ ਕਨਈਆ ਜੀ ਵਰਗੀ ਸਾਡੀ ਅਵਸਥਾ ਬਣ ਜਾਏ, ਸਮਦ੍ਰਿਸ਼ਟੀ ਹੋ ਜਾਏ, ਹਰ ਸਰੂਪ ਦੇ ਵਿੱਚੋਂ ਨਿਰੰਕਾਰ ਨਜ਼ਰ ਆਉਣ ਲੱਗ ਜਾਏ। ਨਿਰਵੈਰ, ਵੈਰ ਤੋਂ ਰਹਿਤ ਹੈ ਵਾਹਿਗੁਰੂ। ਜੇ ਅਸੀਂ ਉਸ ਵਿੱਚ ਸਮਾਉਣਾ ਫਿਰ ਸਾਨੂੰ ਵੀ ਨਿਰਵੈਰ ਹੋਣਾ ਪੈਣਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਹੜੇ ਗੁਣ ਗੁਰੂ ਦੇ ਵਿੱਚ ਨੇ, ਸਿੱਖ ਦੇ ਵਿੱਚ ਉਹ ਗੁਣ ਆਣਗੇ, ਫਿਰ ਸਿੱਖ ਦਾ ਗੁਰੂ ਨਾਲ ਮਿਲਾਪ ਹੋਏਗਾ। ਜੇ ਅੰਤਰ ਜੇ ਡਿਫਰੈਂਸ ਹੈ, ਨਹੀਂ ਮਿਲ ਹੋਣਾ। ਤੇ ਜਿਹੜਾ ਨਿਰਭਉ ਤੇ ਨਿਰਵੈਰ ਹੈ ਉਹ ਕਾਲ ਦੇ ਚੱਕਰ ਵਿੱਚ ਨਹੀਂ। ਕਾਲ ਪਾਏ ਬ੍ਰਹਮ ਅਵਤਾਰਾ, ਕਾਲ ਪਾਏ शिवजू अवतरा, काल पाए कर विष्णु प्रकाशा, सकल काल का किया तमाशा, जो उपजो सो बिनस है परो आज कह काल। जो जन्म है सो जानो मूआ, उसका जन्म नहीं होया इसलिए मौत नहीं जे। इको एक अकाल पुरख है जिहड़ा काल के प्रभाव तो रहता है। अकाल मूरत, इत्थे मूरोदर तस्वीर नहीं, सत स्वरूप जे। अगला गुण कह गए ਚੂਨਾ ਵਿੱਚ ਨਹੀਂ ਆਉਂਦਾ। ਅਸੀਂ ਮਾੜੇ ਕਰਮ ਕਰਾਂਗੇ, ਝੂਠ ਬੋਲਾਂਗੇ, ਨਿੰਦਿਆ ਕਰਾਂਗੇ, ਪਰਾਇਆ ਰੂਪ ਤੱਕਾਂਗੇ, ਚੋਰੀ ਯਾਰੀ ਕਰਾਂਗੇ, ਈਰਖਾ ਕਰਾਂਗੇ, ਟੇਡੀਆਂ ਜੂਨਾਂ 84 ਲੱਖ ਜੂਨਾਂ 'ਚ ਭਟਕਣਾ ਪਏਗਾ। ਉਹ ਸਰੀਰ ਨਹੀਂ ਹੈ ਕਰਮਾਂ ਦੇ ਗੇੜ ਤੋਂ ਮੁਕਤ, ਇਸ ਲਈ ਉਹ ਜੂਨਾਂ ਵਿੱਚ ਨਹੀਂ ਆ ਸਕਦਾ। ਉਹ ਪ੍ਰਕਾਸ਼ ਰੂਪ ਹੈ, ਜੋਤ ਰੂਪ ਹੈ, ਜਾਗਤ ਜੋਤ ਹੈ। ਅਜੂਨੀ ਦਾ ਅਰਥ ਹੈ ਜਾਗਤ ਜੋਤ। ਤੇ ਸਹਿਬੰਗ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਕਿਸੇ ਮਾਂ ਦੀ ਕੁੱਖੋਂ ਉਸਨੂੰ ਆਉਣਾ ਨਹੀਂ ਪਿਆ, ਉਸਦਾ ਕੋਈ ਮਾਂ ਪਿਓ ਨਹੀਂ ਜੇ। ਉਹ ਐਸਾ ਨਹੀਂ ਹੈ ਕਿਸੇ ਨੇ ਮੰਦਰ ਵਿੱਚ ਤਸਵੀਰ ਬਣਾ ਕੇ ਰੱਖ ਦਿੱਤੀ, ਕਿਸੇ ਗੁਰੂ ਨੇ ਚੇਲਾ ਬਣਾ ਲਿਆ, ਉਹ ਰੱਬ ਨਹੀਂ ਜੇ। ਸਹਿਬੰਗ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਉਹ ਕਿਸੇ ਦਾ ਥਾਪਿਆ ਨਹੀਂ, ਕਿਸੇ ਦਾ ਬਣਾਇਆ ਹੋਇਆ ਨਹੀਂ, ਆਪੇ ਆਪ ਨਿਰੰਜਨ ਸੋਏ, ਸੁੱਤੇ ਸਿੱਧ ਪ੍ਰਕਾਸ਼ਮਾਨ ਹੈ। ਤੇ ਗੁਰ ਪ੍ਰਸਾਦ ਉਸ ਦਾ 9ਵਾਂ ਗੁਣ ਹੈ, ਗੁਰੂ ਕਿਰਪਾ ਨਾਲ ਮਿਲੇਗਾ। ਇਹ ਵੇਈ ਨਦੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੇ ਨਿਰੰਕਾਰ ਦੀ ਉਸਤਤ ਕਰਦੇ ਹਾਂ। ਇਹ 9 ਸ਼ਬਦ ਬੋਲੇ ਸਨ ਇੱਕ ਓਂਕਾਰ ਤੋਂ ਗੁਰ ਪ੍ਰਸਾਦ। ਤੇ ਜਿੱਥੇ ਜਿੱਥੇ ਵੀ ਸੋਧਣ ਲਈ ਲੁਕਾਈ ਨੂੰ ਗਏ ਨੇ, ਇਹ ਪੈਗਾਮ ਉਹਨਾਂ ਘਰ ਘਰ ਵਿੱਚ ਪਹੁੰਚਾਇਆ ਇੱਕ ਓਂਕਾਰ ਤੋਂ ਗੁਰ ਪ੍ਰਸਾਦ ਦਾ। ਇਹ ਤੱਤ ਹੈ ਗੁਰੂ ਨਾਨਕ ਦੀ ਵਿਚਾਰਧਾਰਾ ਦਾ, ਸਾਰ ਹੈ। मैं होर संखेप करा। चढ़िया सोधन तरत लुकाई, सुल्तानपुर तो अगे यात्रा चलती गई, दीपालपुर पहुंचे हैं। इत्थे एक कोड़ी सी, उसते मक्खियां भणक रही, सिरी चों पस चल रही है। बाहर कुजा पिया, लोग क्योंकि अंदर उसके नेड़े नहीं सी जा सकते, इतनियां मक्खियां भणकदियां सन। उस कुजे विच कोई पैसा टका पा दिंदा। इतनी नामुराद बीमारी सी। ते धन गुरु नानक साहब उसकी झुग्गी दे विच अज प्रवेश कर गए। तो उसने कहा मैनू नामुराद बीमारी है, मेरे नेड़े ना होना, कोई मेरे नेड़े नहीं टुकदा। ते गलवकड़ी विच लैके छाती ना लगा लिया। तकना गुरु नानक नूं कैसा रूप है उन्हां दा। ते उत्थे शब्द उचारिया उसकी झुग्गी दे विच, जियो तपत है बारो बार, तप तप खपै बहुत बेकार। एक कोड़ का रोग पता क्या होया है? जय तन बाणी विसर जाए, जो पक्का रोगी विल लाए। जिसनों नाम भुल जाए वो तो कोड़ी की तरह तड़फेगा ही तड़फेगा। तू आत्मा निर्बल कर ले। एक अमृत की दृष्टि पाई, उस कोड़ी का कोड़ दूर हो गया। यात्रा होर अगे वधी है। लाहौर पहुंचे हैं। इत्थे सेठ दुनी चंद बड़ा वड्डा मन्निया होया सेठ सी ते झंडे झूल रहे सी। ये अपने वड्डियां दा श्राद्ध कर रहा है। ते कहन लगे किसका श्राद्ध कर रहा? कहंदे बजुर्गों का। सामने फलानी थां ते देख, तेरा बापू बघियाड़ दी जून विच भटक रहा है, बघियाड़ बनया बैठा है। जिस दे नां दा तू लंगर चला रहे हैं, श्राद्ध कर रहे हैं, उत्थे सानू कहा असीं वड्डियां दे नां दे श्राद्ध नहीं करने। एक कुरीति च है। तो बघियाड़ की जून च भटक रहे हैं। तो पूछया मुस्कुरा के, बड़े झंडे झूल रहे ने,
ਕਹਿੰਦਾ ਜੀ 7 ਲੱਖ ਹੈ ਇਸ ਸਮੇਂ। ਉਸ ਸਮੇਂ ਕਿਸੇ ਕੋਲ 1 ਲੱਖ ਹੁੰਦਾ ਸੀ ਨਾ, ਇੱਕ ਝੰਡਾ ਲਹਿਰਾਉਂਦਾ ਸੀ। ਕਹਿੰਦਾ ਬੜਾ ਵਪਾਰ ਹੈ, ਲੈਣ ਦੇਣ ਵਿਆਜੀ ਰੁਪਈਆ ਦਿੰਦਾ। ਤੇ ਬਾਬਾ ਨਾਨਕ ਕਹਿਣ ਲੱਗੇ ਤੇਰੇ ਤੋਂ ਵੱਡਾ ਗਰੀਬ ਮੈਨੂੰ ਦੁਨੀਆ ਵਿੱਚ ਕੋਈ ਨਜ਼ਰ ਨਹੀਂ ਆਇਆ। ਕਹਿਣ ਲੱਗੇ ਜੀ ਇਤਨੀ ਵੱਡੀ ਸਾਮੀ ਹੈ ਤੇ ਤੁਸੀਂ ਕੰਗਾਲ ਕਹਿ ਦਿੱਤਾ। ਸਿੱਖਿਆ ਬੜੀ ਵੱਡੀ ਹੈ। ਕੇਵਲ ਸਾਖੀਆਂ ਨੂੰ ਪੜ੍ਹ ਕੇ ਅਸੀਂ ਅੱਗੇ ਲੰਘ ਜਾਂਦੇ ਹਾਂ। ਇਸ ਵਿੱਚ ਜੋ ਰਮਜ਼ਾਂ ਹਨ ਕਿਤੇ ਉਹ ਪਕੜ ਸਕੀਏ, ਨੁਕਤੇ ਹਨ। ਇੱਕ ਸੂਈ ਦਿੱਤੀ ਤੇ ਸੇਠ ਦੁਨੀ ਚੰਦ ਨੂੰ ਕਹਿਣ ਲੱਗੇ ਮੈਂ ਯਾਤਰਾ ਤੇ ਰਹਿਣਾ, ਸਾਹਮਣੇ ਬੜੀ ਔਖੀ ਹੈ, ਪਰਲੋਕ ਵੀ ਜਾ ਕੇ ਸੂਈ ਵਾਪਸ ਕਰਦੇ। ਕਿਤੇ ਗੁਰੂ ਦੀ ਸੰਗਤ ਵਿੱਚ ਆਇਆ ਹੁੰਦਾ ਗੱਲ ਪਰਲੋਕ ਦੀ ਪਤਾ ਚੱਲਦੀ। ਸੂਈ ਲੈ ਕੇ ਆਪਣੀ ਪਤਨੀ ਨੂੰ ਕਹਿਣ ਲੱਗਿਆ ਬਾਬੇ ਨਾਨਕ ਨੇ ਸੂਈ ਦਿੱਤੀ ਹੈ, ਤਾਂ ਕਹਿਣ ਲੱਗਿਆ ਜਾ ਕੇ ਵਾਪਸ। ਕਹਿੰਦੀ ਅੱਗੇ ਕੀ ਜਾਣਾ ਹੈ? ਫਿਰ ਭੋਲੀਆਂ ਗੱਲਾਂ ਕਰਦਾ ਕਹਿਣ ਲੱਗਿਆ ਜਾਂਦੀ ਵਾਰ ਬੋਝੇ 'ਚ ਪਾ ਦੇ। ਕਹਿਣ ਲੱਗੀ ਕੱਪੜੇ ਵੀ ਸੜ ਜਾਣਗੇ, ਤੇਰਾ ਸਰੀਰ ਵੀ ਸੜ ਜਾਏਗਾ, ਅੱਗੇ ਤਾਂ ਕੁਛ ਵੀ ਨਾਲ ਨਹੀਂ ਜਾਣਾ। ਗੱਲ ਖਾਨੇ 'ਚ ਪੈ ਗਈ ਪਤਨੀ ਦੀ। ਉਹ ਸਤਸੰਗਤ ਵਿੱਚ ਤੇ ਜਾਂਦੀ ਸੀ, ਅੱਗੇ ਦੀ ਗੱਲ ਚੇਤੇ ਸੀ ਉਸਨੂੰ। ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਇਹ ਗੱਲ ਸਮਝ ਵੀ ਸੀ ਉਸਨੂੰ। ਅੱਗੇ ਦੀ ਗੱਲ ਹੈ, ਅੱਗੇ ਲੇਖਾ ਹੋਏਗਾ, ਪਾਈ ਪਾਈ ਦਾ ਹਿਸਾਬ ਪੁੱਛਿਆ ਜਾਣਾ। ਤੇ ਜਦੋਂ ਪਤਨੀ ਨੇ ਸਮਝਾਇਆ, ਉਹ ਸੂਈ ਲੈ ਕੇ ਬਾਬੇ ਨਾਨਕ ਨੂੰ ਕਹਿੰਦਾ ਆਹ ਫੜੋ ਆਪਣੀ ਸੂਈ, ਇਹ ਅੱਗੇ ਨਹੀਂ ਲਿਜਾ ਸਕਦਾ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਜਿਹੜੀ ਵਸਤੂ ਅੱਗੇ ਨਾਲ ਜਾਣੀ ਹੈ, ਜਨਮ ਤੋਂ ਲੈ ਕੇ ਅੱਜ ਤੱਕ ਉਹ ਤੂੰ ਸੰਚਨ ਨਹੀਂ ਕੀਤੀ, ਤੇਰੇ ਤੋਂ ਵੱਡਾ ਕੰਗਾਲ ਦੁਨੀਆ ਵਿੱਚ ਕਿਹੜਾ? ਫਿਰ ਦੁਨਿਆਵੀ ਧਨ ਦਾ ਮਾਣ ਕਰ ਰਹੇ ਆ, ਜਿਹੜਾ ਇੱਥੇ ਛੱਡ ਕੇ ਚਲਾ ਜਾਣਾ। ਅੱਗੇ ਸਾਂਭਣ ਵਾਲਿਆਂ ਨੇ ਸਾਂਭ ਲੈਣਾ। ਕਿ ਕੋਠੀਆਂ ਅਸੀਂ ਨਾਲ ਲੈ ਗਏ, ਕਿ ਆਪਣੀਆਂ ਨਾਲ ਚਲੇ ਗਈਆਂ ਸਾਡੇ, ਕਿ ਘਰ ਦਾ ਸਾਜੋ ਸਮਾਨ ਅਸੀਂ ਨਾਲ ਚੁੱਕ ਕੇ ਲੈ ਜਾਵਾਂਗੇ। ਆਤਮਾ ਦੇ ਨਾਲ ਕੇਵਲ ਜਪਿਆ ਨਾਮ ਜਾਏਗਾ। ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਜਿਨ੍ਹਾਂ ਜਪਿਆ ਹੋਏਗਾ ਇਹ ਤੇਰੀ ਸਹਾਇਤਾ ਕਰੇਗਾ। ਕਿ ਜਿਹੇ ਪੈਂਡੇ ਮਹਾ ਅੰਧ ਗੁਬਾਰਾ, ਅੱਗੇ ਕੁੱਪ ਹਨੇਰਾ ਜੇ, ਹਰ ਕਾ ਨਾਮ ਸੰਗ ਉਜਿਆਰਾ। ਜਪਿਆ ਨਾਮ ਦੀਵੇ ਦੀ ਤਰ੍ਹਾਂ ਰੋਸ਼ਨੀ ਕਰੇਗਾ। ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸ਼ਾ। ਇਹ ਤੇਰੇ ਲਈ ਤੋਸ਼ਾ ਬਣੇਗਾ। ਤੇ ਐਸਾ ਗਿਆਨ ਮਿਲਿਆ ਤੇ ਕਹਿਣ ਲੱਗਿਆ ਜੀ ਹੁਣ ਕੋਈ ਜੁਗਤ ਦੱਸੋ। ਜੇ ਦੁਨਿਆਵੀ ਧਨ 7 ਲੱਖ ਰੁਪਈਆ ਅੱਜ ਦਾ ਕਰੋੜਾਂ ਅਰਬਾਂ ਬਣਾਉਂਦਾ ਜੇ, 550 ਸਾਲ ਪਹਿਲਾਂ ਦੀ ਗੱਲ ਹੈ, ਉਦੋਂ 7 ਲੱਖ। ਫਿਰ ਕਹਿਣ ਲੱਗਿਆ ਜੀ ਫਿਰ ਜੇ ਨਾਲ ਨਹੀਂ ਜਾਣਾ, ਫਿਰ ਮੈਨੂੰ ਨਾਮ ਦੀ ਕੋਈ ਖੇਡ ਸਮਝਾਓ, ਜੀਵਨ ਸਫਲਾ ਹੋ ਜਾਏ। ਕਹਿਣ ਲੱਗੇ ਜਿਤਨੀ ਕੋ ਲੋੜ ਹੈ ਉਹ ਰੱਖ ਲੈ, ਗਰੀਬਾਂ ਤੇ ਲੋੜਵੰਦਾਂ 'ਚ ਵੰਡ ਦੇ ਬਸ। ਅੰਮ੍ਰਿਤ ਵੇਲੇ ਉੱਠ ਕੇ ਸੇਠ ਦੁਨੀ ਚੰਦ ਨੂੰ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਜਪਜੀ ਦਾ ਪਾਠ ਕਰਨਾ ਸ਼ੁਰੂ ਕਰ। ਧਰਮ ਦੇ ਰਾਹ 'ਤੇ ਤੁਰ ਪਏ। ਸੇਠ ਦੁਨੀ ਚੰਦ ਨੂੰ ਮਾਰਗ ਮਿਲ ਗਿਆ। ਇੱਕੋ ਹੀ ਨੁਕਤਾ ਉਸਨੂੰ ਜੀਵਨ ਦਾ ਰਾਹ ਦੇ ਗਿਆ। ਕਥਾ ਕਥ ਹੈ। ਗੁਰੂ ਕਿਰਪਾ ਕਰੇ ਅਸੀਂ ਅੰਮ੍ਰਿਤ ਵੇਲਾ ਸੰਭਾਲ ਸਕੀਏ, ਜੋ ਧੰਨ ਗੁਰੂ ਨਾਨਕ ਸਾਹਿਬ ਨੇ ਜਪਜੀ ਅੰਦਰ ਇੱਕ ਸਿਧਾਂਤ ਦੇ ਦਿੱਤਾ। ਜੇ ਚਾਹੁੰਦੇ ਹੋ ਨਾ ਮੋਕਸ਼ ਦਾ ਦਰ, ਜੀਵਨ ਦੀਆਂ ਸਚਿਆਰ ਬਣਨਾ, ਉਸ ਦੀ ਨਦਰ ਪ੍ਰਾਪਤ ਕਰਨੀ ਪਏਗੀ। ਤੇ ਕਿਰਪਾ ਦੇ ਲਈ 4 ਕੰਮ ਸਾਨੂੰ ਰੋਜ਼ਾਨਾ ਕਰਨੇ ਪੈਣਗੇ। ਇਹ ਪੇਟਾ ਰੋਜ਼ਾਨਾ ਉਸ ਮਾਲਕ ਦੇ ਚਰਨਾਂ 'ਚ ਰੋਜ਼ਾਨਾ ਰੱਖਣਾ ਪਏਗਾ। ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ, ਪੇਟਾ ਕੀ ਰੱਖਾਂ ਉਸਦੇ ਦਰਸ਼ਨ ਹੋ ਜਾਣ। ਮੋਹ ਕੇ ਬੋਲਣ ਬੋਲੀਐ, ਜਿਤ ਸੁਣ ਤਰੇ ਪਿਆਰ। ਬੋਲ ਕਿਹੜੇ ਬੋਲਾਂ? ਉਹ ਮੈਨੂੰ ਗੋਦ ਵਿੱਚ ਬਿਠਾ ਲੈ, ਆਪਣੀ ਗੋਦ ਵਿੱਚ ਲੈ ਲੈ। ਤੇ ਸਤਿਗੁਰੂ ਨਾਨਕ ਦੇਵ ਕਹਿੰਦੇ ਅੰਮ੍ਰਿਤ ਵੇਲਾ ਜੀਵਨ ਵਿੱਚ ਕਦੇ ਨਾ ਖੁੰਝਾਏ। ਅੱਜ ਅਸੀਂ 1-1 ਵਜੇ ਤੱਕ ਸੀਰੀਅਲ ਦੇਖ ਰਹੇ ਹਾਂ, ਸਭ ਆਰਟੀਫਿਸ਼ਲ। ਕੋਈ ਬੱਚੇ ਮੋਬਾਈਲਾਂ 'ਤੇ ਗੇਮਾਂ ਖੇਡੀ ਜਾ ਰਹੇ ਨੇ ਅੱਧੀ ਰਾਤ ਨੂੰ। ਨਾ ਜਪਜੀ ਸਾਨੂੰ ਚੇਤੇ, ਨਾ ਰਹਿ ਰਾਸ ਭੁੱਲਿਆ ਹੋਇਆ। ਕਦੋਂ ਅਸੀਂ ਜੀਵਨ ਬਣਾਵਾਂਗੇ? ਸਮਾਂ ਵੇਸਟ ਹੋ ਰਿਹਾ ਜੇ ਸਾਡਾ। ਇਹ ਸਮਾਂ ਬੜਾ ਕੀਮਤੀ ਜੇ। ਹਰ ਜਪਦਿਆਂ ਖਿਨ ਢਿੱਲ ਨਾ ਕੀਜੇ, ਮੇਰੀ ਜਿੰਦੜੀਏ। ਮਤ ਕੇ ਜਾਪੈ, ਸਾਹ ਆਵੈ ਕਿ ਨਾ ਆਵੈ। ਰਾਮ ਪਤਾ ਨਹੀਂ ਅਗਲਾ ਸਵਾਸ ਹੈ ਕਿ ਨਹੀਂ। ਕੋਈ ਗਰੰਟੀ ਹੈ? ਤੂੰ 100 ਸਾਲ ਦਾ ਐਫੀਡੈਵਿਟ ਲੈ ਕੇ ਆਇਆ, ਕੋਈ ਗਰੰਟੀ ਨਹੀਂ ਹੈ।
ਅੰਮ੍ਰਿਤ ਵੇਲੇ ਉਠੋ। ਤੇ ਬਾਬਾ ਨਾਨਕ ਕਹਿੰਦੇ ਫਿਰ ਉੱਠਦਿਆਂ ਸੱਚ ਨਾਉ। ਮੈਂ ਤਾਂ ਕਹਿੰਦਾ ਕੋਈ 15 ਮਿੰਟ ਤੋਂ ਸ਼ੁਰੂ ਕਰਕੇ ਦੇਖੇ। ਭਾਈ ਵੀਰ ਸਿੰਘ ਦੀ ਕਿਤਾਬ ਗੁਰਮੁਖ ਸਿੱਖਿਆ ਵਿੱਚ ਉਹਨਾਂ ਨੇ 15 ਮਿੰਟ ਦੀ ਗੱਲ ਕਰ ਗਏ। ਇੱਕ ਘੜੀ ਹੁੰਦੀ ਹੈ 24 ਮਿੰਟ ਦੀ, ਉਸ ਤੋਂ ਹਾਫ ਕਰ ਲਓ 12 ਮਿੰਟ, ਉਸ ਤੋਂ ਵੀ ਹਾਫ ਕਰ ਲਓ 6 ਮਿੰਟ। ਤੇ ਭਾਈ ਵੀਰ ਸਿੰਘ ਗੁਰਮੁਖ ਸਿੱਖਿਆ 'ਚ ਲਿਖ ਗਏ 6 ਮਿੰਟ ਵੀ ਕੋਈ ਅੰਮ੍ਰਿਤ ਵੇਲੇ ਇਕਾਗਰ ਚਿੱਤ ਹੋ ਕੇ ਵਾਹਿਗੁਰੂ ਜਪ ਲਏਗਾ ਨਾ, ਉਸ ਦੀ ਆਤਮਾ ਨੂੰ ਕਸ਼ਟ ਨਹੀਂ ਜਾਏਗਾ। ਤੇ ਜਿਤਨਾ ਜ਼ਿਆਦਾ ਜਪੇਗਾ ਕਿਤਨਾ ਕੋ ਸੁੱਖ ਮਿਲੇਗਾ, ਕਿਤਨੀਆਂ ਕੋ ਬਰਕਤਾਂ ਉਸਦੀ ਝੋਲੇ 'ਚ ਪੈਣਗੀਆਂ। ਸਿਰਫ 6 ਮਿੰਟ ਦੀ ਗੱਲ ਕਰ ਗਏ, ਹਾਫ ਨਾਲੋਂ ਵੀ ਹਾਫ ਘੜੀ। ਤੂੰ 15 ਮਿੰਟ ਤੋਂ ਕਰਕੇ ਦੇਖ ਸ਼ੁਰੂ, ਕੱਲ੍ਹ ਤੋਂ ਬੈਠੋ। ਉੱਠਦਿਆਂ ਅਸੀਂ ਕੇਵਲ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਸੱਚ ਨਾਉ, ਜਿਸ ਬਾਰੇ ਭਾਈ ਗੁਰਦਾਸ ਕਹਿ ਗਏ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਇਹ ਹਉਮੈ ਸੜੇਗੀ ਵਾਹਿਗੁਰੂ ਵਾਹਿਗੁਰੂ ਜਪ ਕੇ। ਤੀਜਾ ਕਰ ਕੰਮ ਵਡਿਆਈ। 10 ਗੁਰੂਆਂ ਨੇ ਭਗਤਾਂ ਨੇ ਨਿਰੰਕਾਰ ਦੀ ਵਡਿਆਈ ਕੀਤੀ ਸੱਚੇ ਦੀ ਸੱਚੀ ਬਾਣੀ ਦੁਆਰਾ। ਸ਼ਿਵ ਸਲਾਹ ਦੇ ਸ਼ਬਦ ਅੰਮ੍ਰਿਤ ਵੇਲੇ ਪੜ੍ਹਿਆ ਕਰ। ਆ ਸ਼ਬਦ ਆਪਾਂ ਸਾਰਿਆਂ ਨੂੰ ਚੇਤੇ ਨਾ, ਸੁਣ ਵੱਡਾ ਆਖੈ ਸਭ ਕੋਏ ਕੇਵਟ ਵੱਡਾ ਡੀਠਾ ਹੋਏ। ਰੋਜ਼ਾਨਾ ਪੜ੍ਹਦੇ ਹਾਂ। ਕਿਤੇ ਸੁਰਤ ਨਾਲ ਇਕਾਗਰ ਚਿੱਤ ਹੋ ਕੇ ਇਹ ਸ਼ਬਦ ਦੀ ਵਿਚਾਰ ਕਰੋ। ਇਸ ਵਿੱਚ ਨਿਰੰਕਾਰ ਦੀ ਵਡਿਆਈ ਹੈ। ਹਉ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ। ਪੜ੍ਹੋ ਸ਼ਬਦ ਹੈ ਅੰਮ੍ਰਿਤ ਵੇਲੇ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਬੇਅੰਤ ਸ਼ਬਦ ਹਨ ਵਡਿਆਈ ਵਾਲੇ। ਤੇ ਜਦੋਂ ਵਡਿਆਈ ਕਰੋਗੇ ਨਾ, ਪਤਾ ਕੀ ਹੋਏਗਾ, ਵਡਿਆਈ ਵੱਡਾ ਪਾਇਆ ਵੱਡੇ ਨੂੰ ਮਿਲਣ ਆਇਆ ਨਾ, ਸਿਫਤ ਕਰਦੇ ਇੱਕ ਦਿਨ ਵੱਡਾ ਮਿਲ ਜਾਏਗਾ। ਤੇ ਚੌਥਾ ਕੰਮ ਜੇ ਵਿਚਾਰ। ਖਾਲੀ ਪਾਠ ਨਹੀਂ ਕਰਨਾ, ਪਾਠ ਕਰਕੇ ਸਮਝਣਾ ਵੀ ਪਏਗਾ। ਜੇ ਸਮਝਾਂਗੇ ਨਹੀਂ ਫਿਰ ਕਮਾ ਨਹੀਂ ਸਕਾਂਗੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਪਿਛਲੇ ਚੰਗੇ ਕਰਮ ਕਰਕੇ ਆਏ ਸੀ, ਇਹ ਸਰੀਰ ਰੂਪੀ ਕੱਪੜਾ ਮਿਲਿਆ। ਸਾਰਿਆਂ ਕੋਲ ਨਹੀਂ ਜੇ, ਤੁਹਾਡੇ ਭਾਗ ਚੰਗੇ ਨੇ, ਮਨੁੱਖ ਜਾਮਾ ਮਿਲਿਆ। ਚੰਗੇ ਤੇ ਮੰਦੇ ਦੀ ਪਹਿਚਾਣ ਹੋ ਸਕਦੀ ਹੈ। ਕੀ ਕਰਨ ਆਏ ਹਾਂ, ਕੀ ਕਰ ਰਹੇ ਹਾਂ, ਕਰਨਾ ਕੀ ਸੀ, ਇਹ ਕੇਵਲ ਮਨੁੱਖ ਨੂੰ ਸੋਝੀ ਹੈ। ਨਦਰੀ ਮੋਖ ਦੁਆਰ। ਤੇ ਜਿਨ੍ਹਾਂ 4 ਕੰਮ ਰੋਜ਼ਾਨਾ ਕਰ ਲਏ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜਪਿਆ, ਗੁਰਬਾਣੀ ਦੁਆਰਾ ਸਿਫਤ ਸਲਾਹ ਕੀਤੀ, ਵਿਚਾਰ ਨੂੰ ਕਮਾ ਲਿਆ, ਨਦਰੀ ਦੀ ਨਜ਼ਰ ਹੋਏਗੀ, ਕਿਰਪਾ ਦਾ ਮੀਂਹ ਪਏਗਾ, ਮੋਕਸ਼ ਦਾ ਦਰ ਖੁੱਲ੍ਹੇਗਾ ਖੁੱਲ੍ਹੇਗਾ। ਨਾਨਕ ਇਹ ਮੈਂ ਜਾਣੀ ਹੈ ਸਭ ਆਪੇ ਸਚਿਆਰ। ਇਸ ਪਦਵੀ ਤੱਕ ਅਸੀਂ ਪਹੁੰਚ ਸਕੀਏ। ਬਹੁਤ ਬਹੁਤ ਵਧਾਈਆਂ ਧੰਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ।